ਜਦੋਂ ਘਰ ਦੇ ਵਿੱਚ ਜਿੱਦਾਂ ਸਰਕਾਰਾਂ ਨੂੰ ਪਤਾ ਲੱਗਦਾ, ਪੁਲਿਸ ਨੂੰ ਪਤਾ ਲੱਗਦਾ ਵੀ ਇਹ ਖਾੜਕੂ ਸਿੰਘ ਜਾਂ ਖਾੜਕੂ ਸਫਾ ਵਿੱਚ ਇਹ ਚਲਿਆ ਗਿਆ ਕੋਈ ਵੀ, ਤਾਂ ਸੁਭਾਵਕ ਹੈ ਪੁਲਿਸ ਦੀ ਜਿਹੜੀ ਰੇਡ ਹੈ, ਛਾਪੇ ਨੇ ਉਹਨਾਂ ਘਰਾਂ ਦੇ ਵਿੱਚ ਪਏ। ਕਿੰਨੀ ਦਫਾ ਪੁਲਿਸ ਜਿਹੜੀ ਹੈ ਇਸ ਘਰ ਦੇ ਵਿੱਚ ਉਹਨੇ ਰੇਡ ਮਾਰੀ ਸੀ ਜੀ। ਉਹ ਤਾਂ ਕੋਈ ਹਾਲ ਨਹੀਂ ਸੀ, ਕੋਈ ਰੋਟੀ ਨਹੀਂ ਸੀ ਪੱਕਦੀ। ਸਹੀ ਗੱਲ ਹੈ ਜੀ। ਆਥਣ ਤੜਕੇ ਸਵੇਰ ਪਤਾ ਨਹੀਂ ਸੁੱਤੇ ਵੇਲੇ ਤੇ ਕਿਹੜੇ ਵੇਲੇ ਆ ਜਾਣਾ ਸੀਗਾ। ਬਹੁਤ ਵੇਰੀ ਆਉਂਦੀ ਸੀ। ਸਾਰੇ ਕੋਈ ਰਿਸ਼ਤੇਦਾਰ ਵੀ ਨਹੀਂ ਖੜਦਾ ਸੀ ਤੇ ਆਂਢ ਗੁਆਂਢ ਤੇ ਖੜਨਾ ਕੀ ਸੀ। ਆਪਦਾ ਘਰ ਦਾ ਪਰਿਵਾਰ ਵੀ ਇੱਕ ਟਾਈਮ ਨਹੀਂ ਸੀ ਰਾਤ ਨੂੰ ਰਹਿੰਦਾ। ਉਹ ਵੀ ਸਾਰੇ ਫਿਰ ਕੋਈ ਕਿਤੇ ਸੌਂਦਾ ਸੀ, ਕੋਈ ਕਿਤੇ ਸੌਂਦਾ ਸੀਗਾ। ਬਹੁਤ ਔਖਾ ਟਾਈਮ ਸੀ ਉਦੋਂ। ਉਹ ਟਾਈਮ ਤਾਂ ਨਾ ਰੱਬ ਲਿਆਵੇ, ਬਹੁਤ ਔਖਾ ਕੱਢਿਆ। ਯਾਦ ਹੀ ਆ ਉਹ ਤਾਂ, ਸਾਰੀ ਜ਼ਿੰਦਗੀ ਯਾਦ ਹੀ ਰਹੂ ਜੇ ਨਜ਼ਰ ਜਾਵਾਂਗੇ। ਸਾਰੇ ਘਰ ਦੇ ਬੱਚੇ ਪਰਿਵਾਰ ਸਾਰੇ ਫਿਰ 4 ਭਰਾ ਸੀ, ਇਹ ਸਾਰਿਆਂ ਤੋਂ ਛੋਟਾ ਸੀ। ਸਾਰੇ ਇਕੱਠੇ ਸੀਗੇ, ਭਤੀਜੇ ਸੀਗੇ। ਕੋਈ ਉਸ ਟਾਈਮ ਖੜਦਾ ਨਹੀਂ ਸੀ ਘਰੇ। ਸੀਰੀ ਪਾਲੀ ਵੀ ਕਈ ਵਾਰ ਰਾਤ ਨੂੰ ਨਹੀਂ ਸੀ ਰਹਿੰਦਾ ਘਰੇ। ਲੰਮੇ ਤਸੱਦਦ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ। ਭਾਈ ਮਲਕੀਤ ਸਿੰਘ ਬੱਬਰ ਨੂੰ ਨਹੀਂਆਂਵਾਲਾ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟਾਂ ਤੇ ਲਿਆ ਕੇ 5 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ, ਪਰ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਅਤੇ ਸਾਥੀਆਂ ਵੱਲੋਂ ਪੁਲਿਸ ਉੱਪਰ ਦਬਾਅ ਬਣਾ ਲਿਆ ਗਿਆ, ਜਿਸ ਕਾਰਨ ਨਈਆਂ ਵਾਲਿਆਂ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਭਾਈ ਸੁਰਜਨ ਸਿੰਘ ਬੱਬਰ ਸੁਖਨਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਕੋਟ ਭਾਈ ਪੁਲਿਸ ਸਟਾਫ ਵਾਲੇ ਲੈ ਕੇ ਆਏ ਸਨ। ਪੁਲਿਸ ਦੇ ਕਈ ਮੁਲਾਜ਼ਮਾਂ ਅਤੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਭਾਈ ਸੁਰਜਨ ਸਿੰਘ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਸੀ। ਕਿਸੇ ਬਚਨ ਸਿੰਘ ਨਾਮ ਦੇ ਪੁਲਿਸ ਅਫਸਰ ਨੇ ਇਸ ਸਿੰਘ ਦੀ ਦਰਿੰਦਗੀ ਦਾ ਉਹ ਨੰਗਾ ਨਾਚ ਕੀਤਾ, ਜਿਸ ਕਾਰਨ ਮੁਲਾਜ਼ਮਾਂ ਵਿੱਚ ਵੀ ਬਾਗੀ ਸੁਰ ਉੱਭਰ ਰਹੀ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮਲਕੀਤ ਸਿੰਘ ਨੂੰ ਦੁਬਾਰਾ ਜੇਲ੍ਹ ਛੱਡ ਆਏ ਹਨ, ਤਾਂ ਦੋਹਾਂ ਪੁਲਿਸ ਥਾਣਿਆਂ ਵਿਚਕਾਰ ਤੂੰ ਮੈਂ ਵੀ ਹੋਈ। ਇੱਕ ਦੂਜੇ ਤੇ ਡਰਪੋਕ ਖਾੜਕੂਆਂ ਨਾਲ ਮਿਲੇ ਹੋਏ ਆਦਿ ਦੋਸ਼ ਵੀ ਲਾਏ ਗਏ। ਜਿਸ ਦੇ ਮੂੰਹ ਨੂੰ ਲਹੂ ਲੱਗਾ ਹੋਵੇ ਉਹ ਕਿੱਥੇ ਰੁਕ ਸਕਦੇ ਹਨ। ਫਿਰ ਕੋਟ ਭਾਈ ਪੁਲਿਸ ਸਟਾਫ ਵਾਲਿਆਂ ਨੇ ਇੱਕ ਹੋਰ ਫਰਜ਼ੀ ਕੇਸ ਵਿੱਚ ਭਾਈ ਮਲਕੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਰਿਮਾਂਡ ਦੇ ਕੇ ਲੈ ਆਂਦਾ, ਜਿਸ ਬਾਰੇ ਘਰਦਿਆਂ ਨੂੰ ਜਾਂ ਕਿਸੇ ਸੰਗੀ ਸਾਥੀ ਨੂੰ ਕੁਝ ਵੀ ਪਤਾ ਨਹੀਂ ਸੀ। ਕੋਟ ਭਾਈ ਪੁਲਿਸ ਸਟਾਫ ਅੰਦਰ ਭਾਈ ਮਲਕੀਤ ਸਿੰਘ ਬੱਬਰ ਦਾ ਇੱਕ ਪਲ ਜ਼ੁਲਮਾਂ ਦੇ ਅੱਤ ਵਿੱਚੋਂ ਲੰਘ ਰਿਹਾ ਸੀ। ਉਹਨਾਂ ਨੂੰ ਪਤਾ ਲੱਗਾ ਸੀ ਕਿ ਹੁਣ ਇਹਨਾਂ ਬੁੱਚੜਾਂ ਨੇ ਉਹਨਾਂ ਨੂੰ ਜਿੰਦਾ ਤਾਂ ਛੱਡਣਾ ਨਹੀਂ ਹੈ। ਇਸ ਲਈ ਉਹਨਾਂ ਪੁਲਿਸ ਦੀ ਹਿਰਾਸਤ ਵਿੱਚੋਂ ਖਿਸਕਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ, ਜਿਸ ਕਾਰਨ ਸਖਤੀ ਅਤੇ ਤਸੱਦਦ ਹੋਰ ਵੀ ਵੱਧ ਗਿਆ। ਪੁਲਿਸ ਵੱਲੋਂ ਤਸੱਦਦ ਦਾ ਹਰਵਾ ਵਰਤਣ ਤੋਂ ਬਾਅਦ ਉਹਨਾਂ ਦੀਆਂ ਬਾਹਾਂ ਨੂੰ ਪਿੱਠ ਪਿੱਛੇ ਬੰਨ੍ਹ ਕੇ ਗੰਦਗੀ ਲੈਟਰੀਨ ਵਾਲੇ ਟੋਏ ਵਿੱਚ ਲਮਕਾ ਦਿੱਤਾ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਜਦੋਂ ਬਾਹਰ ਕੱਢ ਕੇ ਸੁੱਟ ਦਿੱਤਾ ਗਿਆ ਤਾਂ ਦੂਰੋਂ ਹੀ ਪਾਣੀ ਦੀਆਂ ਬਾਲਟੀਆਂ ਪਾ ਕੇ ਕੁਝ ਗੰਦਗੀ ਉਤਾਰੀ ਗਈ, ਪਰ ਫਿਰ ਲੋਹੇ ਦੀ ਇੱਕ ਰਾੜ ਨਾਲ ਗੋਡੇ ਕੋਲੋਂ ਲੱਤ ਭੰਨ ਦਿੱਤੀ ਗਈ ਤਾਂ ਕਿ ਉਹ ਤੁਰ ਨਾ ਸਕੇ। ਭਾਈ ਸੁਰਜਨ ਸਿੰਘ ਪਹਿਲਾਂ ਹੀ ਉਹਨਾਂ ਦੀ ਹਿਰਾਸਤ ਵਿੱਚ ਸੀ, ਜਿਨ੍ਹਾਂ ਨੇ ਕਹਿਰਾਂ ਦਾ ਵਕਤ ਝੱਲਿਆ ਸੀ। ਦੋਹੇ ਹੀ ਸਿੰਘਾਂ ਨੂੰ ਨਵੇਂ ਸਾਲ 1992 ਦੀ ਪਹਿਲੀ ਰਾਤ ਦੀਆਂ ਆਖਰੀ ਘੜੀਆਂ ਲੰਘਦੇ ਹੀ ਕੋਟ ਭਾਈ ਸਟਾਫ ਵੱਲੋਂ ਸ਼ਹੀਦ ਕਰਕੇ ਨਵੇਂ ਸਾਲ ਦੇ ਜਸ਼ਨਾਂ ਵਿੱਚ ਹਿੱਸਾ ਪਾਇਆ ਗਿਆ, ਪਰ ਇਹਨਾਂ ਦੀ ਮੌਤ ਨੂੰ ਇੱਕ ਭੇਦ ਬਣਾਈ ਰੱਖਿਆ ਗਿਆ। ਪੁਲਿਸ ਮੁਕਾਬਲੇ ਦੇ ਅੰਤਲੇ ਸੀਨ ਤਹਿਤ ਦੋਹਾਂ ਸਿੰਘਾਂ ਦੀਆਂ ਲੋਥਾਂ ਨੂੰ ਪਿੰਡ ਭਲਾਈਆਣੇ ਦੇ ਨੇੜੇ ਸੇਮ ਨਾਲੇ ਦੇ ਪੁਲ ਤੇ ਲਿਜਾ ਕੇ ਸੁੱਟ ਦਿੱਤਾ ਗਿਆ। ਜ਼ਾਲਮ ਧਾੜਾਂ ਨੇ ਬੱਬਰਾਂ ਨੂੰ ਗੋਲੀਆਂ ਦੀ ਅੰਤਮ ਸਲਾਮੀ ਦਿੱਤੀ। ਭਾਈ ਮਲਕੀਤ ਸਿੰਘ ਬੱਬਰ ਦੀ ਪੋਸਟਮਾਰਟਮ ਰਿਪੋਰਟ, ਜੋ ਕਿ ਮੈਡੀਕਲ ਕਾਲਜ ਦੇ ਦਲਾਲ ਡਾਕਟਰ ਤੋਂ ਪੁਲਿਸ ਨੇ ਮਨਮਰਜ਼ੀ ਨਾਲ ਲਿਖਵਾਈ ਸੀ, ਉਸ ਰਿਪੋਰਟ ਵਿੱਚ ਭਾਈ ਸਾਹਿਬ ਤੇ 7 ਗੋਲੀਆਂ ਲੱਗੀਆਂ ਹੋਈਆਂ ਸਨ। ਮੈਂ ਪਰਮਜੀਤ ਸਿੰਘ ਰਾਣਵਾ, ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ। ਦੇਸ਼ ਵਿਦੇਸ਼ ਦੀਆਂ ਤਮਾਮ ਸੰਗਤਾਂ ਦਾ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ। ਗੁਰੂ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਪਰਿਵਾਰਾਂ ਦੀ ਲੜੀ ਦੇ ਤਹਿਤ ਅੱਜ ਅਸੀਂ ਇੱਕ ਐਸੇ ਪਰਿਵਾਰ ਦੇ ਕੋਲ ਪਹੁੰਚੇ ਹਾਂ
ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਇਹ ਖਾੜਕੂ ਸਿੰਘ ਹੋਏ, ਸ਼ਹੀਦ ਹੋਏ। ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਉਰਫ ਭੋਲਾ, ਪਿੰਡ ਦਾਨ ਸਿੰਘ ਵਾਲਾ। ਇਹ ਦਾਨ ਸਿੰਘ ਵਾਲਾ ਪਿੰਡ ਉਹ ਹੈ ਬਠਿੰਡੇ ਦੀ ਧਰਤੀ ਤੇ, ਇਹ ਜਿਹੜਾ ਪਿੰਡ ਹੈ ਜ਼ਿਲ੍ਹਾ ਬਠਿੰਡੇ ਦੇ ਵਿੱਚ ਪੈਂਦਾ। ਇਹ ਉਹ ਨਗਰ ਹੈ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬੇ ਕਮਾਲ ਸਰਬੰਸ ਦਾਨੀ ਪਿਤਾ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਨ ਸੇਵਕ ਸਿੱਖ ਭਾਈ ਦਾਨ ਸਿੰਘ ਜੀ, ਭਾਈ ਦਾਨ ਸਿੰਘ ਬਰਾੜਾਂ ਦੇ ਸਰਦਾਰ। ਇਹ ਦਾਨ ਸਿੰਘ ਵਾਲਾ ਜਿਹੜਾ ਪਿੰਡ ਹੈ ਭਾਈ ਦਾਨ ਸਿੰਘ ਜੀ ਉਹਨਾਂ ਨੇ ਵਸਾਇਆ। ਭਾਈ ਦਾਨ ਸਿੰਘ ਜੀ ਦੀ ਹੀ ਜਿਹੜੀ ਅੰਸ਼ ਵੰਸ਼ ਹੈ 8ਵੀਂ 9ਵੀਂ ਤੇ ਹੁਣ 10ਵੀਂ ਪੀੜ੍ਹੀ, ਉਸ ਪਰਿਵਾਰ ਦੇ ਵਿੱਚ ਅਸੀਂ ਬੈਠੇ ਹਾਂ। ਇਸ ਪਰਿਵਾਰ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਔਰ ਇਸੇ ਪਰਿਵਾਰ ਦੇ ਵਿੱਚੋਂ ਇੱਕ ਜੁਝਾਰੂ ਸਿੰਘ ਹੋਏ ਬੱਬਰ ਖਾਲਸਾ ਦੇ, ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਉਰਫ ਭੋਲਾ। ਸੋ ਇਸ ਪਰਿਵਾਰ ਦੇ ਕੋਲ ਪਹੁੰਚੇ ਹਾਂ। ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਜੀ ਦੀ ਧਰਮ ਸੁਪਤਨੀ ਬੀਬੀ ਬਿੰਦਰ ਕੌਰ ਜੀ ਸਾਡੇ ਨਾਲ ਨੇ। ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੀਆਂ 2 ਧੀਆਂ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਵਿਦੇਸ਼ ਦੇ ਵਿੱਚ ਨੇ, ਔਰ ਇੱਕ ਪੁੱਤਰ ਹੈ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਜੀ ਦਾ। ਤੇ ਜਿਹੜੀ ਹੁਣ 10ਵੀਂ ਪੀੜ੍ਹੀ ਹੈ ਉਹ ਜੋ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦਾ ਪੋਤਰਾ ਹੈ ਭਾਈ ਦਾਨ ਸਿੰਘ ਜੀ ਦੀ 10ਵੀਂ ਪੀੜ੍ਹੀ ਜਿਹੜੀ ਸ਼ੁਰੂ ਹੋ ਗਈ ਹੈ, ਤੇ ਉਹਦੇ ਬੱਚੇ ਦੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ। ਉਸ ਬੱਚੇ ਦਾ ਨਾਮ ਵੀ ਦੱਸਾਂਗੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸਕ ਪੱਖ ਤੁਹਾਡੇ ਪਰਿਵਾਰ ਦਾ ਅਗਰ ਲਈਏ ਤਾਂ ਬਹੁਤ ਵੱਡਾ ਹੈ। ਭਾਈ ਦਾਨ ਸਿੰਘ ਜੀ ਦੀ ਜਿਹੜੀ ਪੀੜ੍ਹੀ ਹੈ 8ਵੀਂ 9ਵੀਂ ਤੇ 10ਵੀਂ ਪੀੜ੍ਹੀ, 8ਵੀਂ ਪੀੜ੍ਹੀ ਦੇ ਵਿੱਚੋਂ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੀ ਸ਼ਹਾਦਤ ਹੋ ਜਾਂਦੀ ਹੈ। ਕੌਮ ਲਈ, ਪੰਥ ਲਈ ਜੂਝਦੇ ਨੇ ਉਹ, ਔਰ ਆਪਾ ਕੁਰਬਾਨ ਕਰ ਜਾਂਦੇ ਨੇ। ਤੁਸੀਂ ਉਹਨਾਂ ਦੀ ਧਰਮ ਸੁਪਤਨੀ ਹੋ, ਬਹੁਤ ਨੇੜੇ ਤੋਂ, ਜੋ ਆਪਣੇ ਪਤੀ ਨੂੰ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਖਾੜਕੂ ਸਫਾ ਦੇ ਵਿੱਚੋਂ ਕਿਵੇਂ ਗਏ, ਤੁਸੀਂ ਇਹ ਸਾਰਾ ਸਿੱਖ ਸੰਗਤਾਂ ਤੁਹਾਨੂੰ ਦੇਖ ਰਹੀਆਂ ਨੇ ਦੇਸ਼ ਵਿਦੇਸ਼ ਦੀਆਂ, ਆਪ ਜੀ ਉਹਨਾਂ ਨੂੰ ਦੱਸੋ ਜੀ। ਗਏ ਚੰਗੇ ਭਲੇ ਕਾਂ ਹੀ ਕਰਦੇ ਵੈ ਸਾਹਿਬ ਜੀ, ਪਤੇ ਕੰਮ ਕਰਦੇ ਕਾ ਖੇਤੀ ਦਾ ਕਰਦੇ ਸੀ, ਆਪਦਾ ਕਰਦੇ ਨਹੀਂ, ਉਹਨਾਂ ਤੋਂ ਝੱਲਿਆ ਗਿਆ ਦੁੱਖ ਤੇ ਮਨਾਰ ਰਲ ਗਏ ਜੀ। ਉੱਥੋਂ ਉਹ ਗਏ ਬਾਰਡਰ ਤੇ, ਉਧਰੋਂ ਵਾਪਸ ਹੁੰਦੇ ਫੇਰ ਫੜੇ ਗਏ ਉੱਥੇ ਸ਼ਹੀਦ ਹੋ ਗਏ ਸੀਗੇ। ਉਦੋਂ ਮਗਰੋਂ ਫੜੇ ਗਏ, 2 ਮਹੀਨੇ ਫੜੇ ਰਹੇ ਆ। 2 ਮਹੀਨਿਆਂ ਤੋਂ ਬਾਅਦ ਮਾਨਸਾ ਵਾਲੀ ਪੁਲਿਸ ਲਿਆਈ ਆ, ਮਾਨਸਾ ਵਾਲੀ ਵਾਪਸ ਲੈ ਛੱਡ ਆਈ ਆ, ਫੇਰ ਮਾਨ ਕਟਾ ਕੇ ਫੇਰ ਭਾਈ ਕੋਟ ਵਾਲੇ ਲਿਆਂਦੇ। ਇਹਨਾਂ ਨੇ ਨਹੀਂ ਵਾਪਸ ਕਰੇ, ਇੱਥੇ ਸ਼ਹੀਦ ਕਰਤੇ ਆ। ਹਨੱਕੇ ਕਰੇ, ਹੱਕ ਦੇ ਕਰੇ, ਉਹ ਵਾਹਿਗੁਰੂ ਨੂੰ ਪਤਾ ਵੀ ਕਿਵੇਂ ਕਰੇ। ਉਹਨਾਂ ਨੇ ਦੁੱਖ ਸੁੱਖ ਜੇ ਉਹ ਕੱਟੇ, ਉਹਨਾਂ ਨੇ ਆਪਦੀ ਸਿਹਤ ਤੇ ਬਹੁਤ ਹੀ ਕੱਟੇ, ਬਹੁਤ ਜ਼ਿਆਦਾ ਹੀ ਕੱਟੇ। ਕੁੱਟਮਾਰ ਵੀ ਬਹੁਤ ਹੋਈ, ਸਭ ਕੁਝ ਹੋਇਆ। ਘਰੇ ਵੀ ਬਹੁਤ ਤੰਗ ਕਰਿਆ, ਘਰਦਿਆਂ ਨੂੰ ਵੀ ਸਾਲ ਭਰ ਪਿੱਛੋਂ ਵੀ ਕਰਦੇ ਰਹੇ ਆ। ਸ਼ਹੀਦ ਹੋਣ ਤੋਂ ਬਾਅਦ ਵੀ, ਸ਼ਹੀਦ ਹੋਣ ਤੋਂ ਬਾਅਦ ਵੀ ਤੰਗ ਕਰਦੇ ਰਹੇ ਆ, ਪਰ ਨਹੀਂ ਕਿਸੇ ਨੇ ਪੁੱਛਿਆ, ਨਹੀਂ ਦੱਸਿਆ ਕਿਸੇ ਨੇ, ਕੁਛ ਨਹੀਂ। ਆਪਦੇ ਸਰੀਰ ਨਾਲ ਉਹ ਜਾਲ ਗਿਆ, ਕਿਸੇ ਨੂੰ ਕੁਛ ਨਹੀਂ ਕਹਿ ਕੇ ਗਿਆ। ਪਹਿਲਾਂ ਗਿਆ ਚੰਗਾ ਭਲਾ ਖੇਤੋਂ ਵਾਹ ਹੀ ਕਰਦਾ ਹੀ, ਆਪਦਾ ਖੇਤੀ ਦਾ ਕੋਈ ਦੁੱਖ ਤਕਲੀਫ ਨਹੀਂ ਸੀ, ਕੋਈ ਘਰੋਂ ਨਹੀਂ ਸੀ, ਕੋਈ ਬਾਹਰੋਂ ਨਹੀਂ ਸੀ। ਇੱਕ ਤਾਂ ਹੁੰਦਾ ਕਿਸੇ ਦਾ ਕੋਈ ਸ਼ਰੀਕਾ ਹੁੰਦਾ, ਕੋਈ ਕਿਵੇਂ ਜਾਂਦਾ, ਕੋਈ ਕਿਵੇਂ ਹੁੰਦਾ, ਕੁਛ ਵੀ ਨਹੀਂ ਸੀ। ਆਪਦੇ ਘਰੋਂ ਸੌਖਾ ਹੀ ਗਿਆ। ਖੇਤੀਬਾੜੀ ਦਾ ਕੰਮ ਕਰਦੇ ਸੀਗੇ? ਖੇਤੀਬਾੜੀ ਦਾ ਕਰਦੇ ਸੀ ਆਪਦੇ। ਥੋੜੀ ਬਹੁਤ ਜਿਹੜੀ ਜ਼ਮੀਨ ਸੀ ਤੁਹਾਡੇ ਕੋਲ ਪਤਾ ਲੱਗਿਆ, ਮਤਲਬ ਇੱਕ ਜ਼ਿਮੀਂਦਾਰਾ ਕਿਸਾਨ ਜਿਹੜਾ ਸੀ ਉਹ, ਉਹਦੇ ਹੱਥ ਵਿੱਚ ਜਿਹੜੇ ਹਥਿਆਰ ਆਏ ਨੇ, ਉਹਦੀ ਜਿਹੜੀ ਸ਼ੁਰੂਆਤ ਹੈ ਕਿੱਥੋਂ ਹੋਈ, ਕਿਹਨੂੰ ਮਿਲੇ, ਉਹ ਕਿੱਦਾਂ ਇਸ ਪਾਸੇ ਨੂੰ ਗਏ? ਉਹ ਆਪਣਾ ਦਰਸ਼ਨ ਅਕਲਗੇ ਵਾਲਾ ਸ਼ਹੀਦ ਭਾਈ ਦਰਸ਼ਨ ਸਿੰਘ ਅਕਲੀਆ, ਅਕਲਗਾ, ਉਹਦੇ ਨਾਲ ਹੋਏ, ਉੱਥੋਂ ਰਲੇ ਆ ਬਸ। ਉੱਥੋਂ ਵੇਖ ਕੇ ਨਹੀਂ ਉਹਨਾਂ ਤੋਂ ਚੱਲਿਆ ਗਿਆ, ਬਸ ਨਾਲ ਹੀ ਰਹੇ, ਫੇਰ ਨਹੀਂ ਆਏ। ਸਾਲ ਭਰ ਰਹੇ ਪੂਰਾ ਨਾਲ। ਦਰਬਾਰ ਸਾਹਿਬ ਤੇ ਜੋ ਭਾਰਤੀ ਫੌਜ ਨੇ ਹਮਲਾ ਕੀਤਾ ਸੀ, ਤਕਰੀਬਨ ਬਹੁਤ ਸਿੰਘ ਜਿਹੜੇ ਸ਼ਹੀਦ ਹੋਏ ਨੇ,
ਉਹ ਜਿਹੜਾ ਭਾਰਤੀ ਫੌਜ ਨੇ ਸਾਡੇ ਗੁਰਧਾਮਾਂ ਦੀ ਬੇਅਦਬੀ ਕੀਤੀ, ਹਮਲਾ ਕੀਤਾ, ਸਿੱਖੀ ਦਾ ਘਾਣ ਕੀਤਾ, ਨਸਲਕੁਸ਼ੀ ਕੀਤੀ, ਜਿਹੜਾ ਉਹ ਘੱਲੂਘਾਰਾ ਹੈ ਨਾ 1984 ਵਾਲਾ ਨੈਵਰ ਫੋਰਗੇਟ 84, ਉਹਨੂੰ ਕੋਈ ਵੀ ਸਿੱਖ ਭੁਲਾ ਨਹੀਂ ਸਕਦਾ। ਤੇ ਉਹ ਜਿਹੜਾ ਮਨ ਦੇ ਅੰਦਰ ਰੋਸ ਸੀ ਵੀ ਸਾਡੇ ਗੁਰਧਾਮਾਂ ਦੇ ਉੱਪਰ ਸਾਡੀ ਹੀ ਫੌਜ ਚੜ੍ਹ ਕੇ ਆਈ ਤੇ ਅਸੀਂ ਜਿਹੜਾ ਹੈ ਹੁਣ ਆਪਣਾ ਯੋਗਦਾਨ ਕਿਸੇ ਨਾ ਕਿਸੇ ਤਰੀਕੇ, ਭਾਵੇਂ ਕੁਰਬਾਨੀ ਕਰੀਏ, ਭਾਵੇਂ ਸ਼ਹੀਦ ਹੋਈਏ, ਭਾਵੇਂ ਅਸੀਂ ਹਥਿਆਰ ਚੁੱਕੀਏ। ਤਾਂ ਉਹ ਨੌਜਵਾਨਾਂ ਨੇ ਉਸ ਵਕਤ ਜਿਹੜਾ ਸੀ ਇਹ ਰਸਤਾ ਜਾਂ ਖਾੜਕੂ ਸੰਘਰਸ਼ ਵਿੱਚ ਨੌਜਵਾਨ ਜਿਹੜੇ ਸੀ, ਸਿੱਖ ਨੌਜਵਾਨ ਕੁੱਦੇ ਤੇ ਫਿਰ ਉਹਨਾਂ ਨੇ ਸ਼ਹਾਦਤ ਦੇ ਪਿਆਲੇ ਪੀਤੇ। ਉਹਨਾਂ ਵਿੱਚੋਂ ਹੀ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੀ ਵੀ ਜਿਹੜੀ ਦਾਸਤਾਨ ਹੈ, ਕਹਾਣੀ ਹੈ, ਇਨ ਬਿਨ ਹੈ, ਜੋ ਪਰਿਵਾਰ ਬਿਆਨ ਕਰਦਾ ਹੈ। ਦਰਬਾਰ ਸਾਹਿਬ 'ਤੇ ਜਿਹੜਾ ਹਮਲਾ ਹੋਇਆ ਬਈ ਉਹ ਸਹਾਰਿਆ ਨਾ ਗਿਆ, ਨਹੀਂ ਸਹਾਰਿਆ ਗਿਆ। ਫਿਰ ਉਹਨਾਂ ਨੇ ਸੋਚਿਆ ਵੀ ਇਹਦੇ ਨਾਲ ਤੇ ਮਤਲਬ ਕੁਰਬਾਨੀ ਕਰਨੀ ਹੀ ਚੰਗੀ ਹੈ, ਕਿਉਂਕਿ ਜੇ ਜੀਵ ਹੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਗੁਰਬਾਣੀ ਦਾ ਵੀ ਪਾਵਨ ਫਰਮਾਨ ਹੈ। ਸੋ ਮਰਨ ਮੁਨਸਾ ਸੂਰਿਆਂ ਹੱਕ ਹੈ। ਸੋ ਇਹ ਸੂਰੇ ਨੇ, ਇਹ ਸ਼ਹੀਦ ਨੇ, ਜਿਨ੍ਹਾਂ ਨੂੰ ਕੌਮ ਨੇ, ਪੰਥ ਨੇ ਸ਼ਹੀਦ ਦਾ ਦਰਜਾ ਦਿੱਤਾ। ਇੱਕ ਜਿਹੜੀ ਇਹ ਕਿਤਾਬ ਹੈ ਤਵਾਰੀਖ ਬੱਬਰ ਖਾਲਸਾ, ਇਹ ਲਿਖੀ ਹੈ ਭਾਈ ਕਰਮਜੀਤ ਸਿੰਘ ਸਿੱਖਾਂ ਵਾਲਾ। ਪਿਛਲੇ ਪਾਸੇ ਤੁਸੀਂ ਉਹਨਾਂ ਦੇ ਦਰਸ਼ਨ ਵੀ ਕਰ ਸਕਦੇ ਹੋ ਜਿਨ੍ਹਾਂ ਨੇ ਪੁਸਤਕ ਲਿਖੀ ਹੈ। ਇਹ ਪੁਸਤਕ ਦੇ ਵਿੱਚ ਤਕਰੀਬਨ ਬੱਬਰ ਖਾਲਸਾ ਜਿਹੜੇ ਸ਼ਹੀਦ ਨੇ ਬਠਿੰਡਾ ਜਾਂ ਫਰੀਦਕੋਟ ਜਾਂ ਅੰਮ੍ਰਿਤਸਰ ਦੇ, ਉਹਨਾਂ ਨੇ ਹਵਾਲਾ ਦਿੱਤਾ। ਬੜੀ ਮਿਹਨਤ ਕਰਕੇ ਕਿਤਾਬ ਲਿਖੀ ਔਰ ਇਸੇ ਕਿਤਾਬ ਦੇ ਪੰਨਾ ਨੰਬਰ 83 ਤੋਂ ਸ਼ੁਰੂ ਹੁੰਦੀ ਹੈ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਉਰਫ ਭੋਲਾ ਦਾਨ ਸਿੰਘ ਵਾਲਾ ਦੀ ਜਿਹੜੀ ਜੀਵਨੀ ਹੈ, ਉਹਨਾਂ ਦੀ ਜਿਹੜੀ ਦਾਸਤਾਨ ਹੈ। ਇਸੇ ਕਿਤਾਬ ਨੂੰ ਮੁੱਖ ਰੱਖਦਿਆਂ ਹੋਇਆਂ, ਇਸੇ ਪੁਸਤਕ ਨੂੰ ਪੜ੍ਹਦਿਆਂ ਹੋਇਆਂ ਭਾਈ ਸੁਰੈਣ ਸਿੰਘ ਜੀ ਧਰਮੀ ਫੌਜੀ ਜਿਹੜੇ ਨੇ, ਉਹਨਾਂ ਦੇ ਜ਼ਰੀਏ ਅਸੀਂ ਅੱਜ ਇਸ ਪਰਿਵਾਰ ਦੇ ਵਿੱਚ ਪਹੁੰਚੇ ਹਾਂ। ਇੱਥੇ ਆ ਕੇ ਪਤਾ ਲੱਗਾ ਕਿ ਇਹ ਜਿਹੜਾ ਪਰਿਵਾਰ ਹੈ ਇਹਦਾ ਤੇ ਇਤਿਹਾਸਕ ਪੱਖ ਵੀ ਹੈ। ਬਰਾੜਾ ਦੇ ਸਰਦਾਰ ਭਾਈ ਦਾਨ ਸਿੰਘ ਜੀ, ਉਹਨਾਂ ਦੀ 8ਵੀਂ 9ਵੀਂ ਤੇ ਹੁਣ 10ਵੀਂ ਪੀੜ੍ਹੀ ਜਿਹੜੀ ਹੈ ਉਹਦੇ ਵੀ ਸਾਨੂੰ ਦਰਸ਼ਨ ਹੋ ਰਹੇ ਨੇ, ਤੁਹਾਨੂੰ ਵੀ ਦਰਸ਼ਨ ਹੋ ਰਹੇ ਨੇ। ਸੋ ਇਤਿਹਾਸਕ ਇੱਕ ਪੱਖ ਇਹ ਵੀ ਹੈ ਇਸ ਪਰਿਵਾਰ ਦਾ ਜੋ ਗੁਰ ਇਤਿਹਾਸ ਦੇ ਨਾਲ ਪੱਖ ਜੁੜਿਆ ਹੋਇਆ ਹੈ। ਦੂਸਰਾ ਪੱਖ ਜੋ ਸਿੱਖ ਸੰਘਰਸ਼ ਹੋਇਆ, ਖਾੜਕੂਬਾਦ ਦਾ ਜਿਹੜਾ ਦੌਰ ਸੀ, ਉਸ ਦੌਰ ਦੇ ਅੰਦਰ ਜਿਹੜੇ ਸ਼ਹੀਦ ਹੋਏ ਨੇ ਉਹਦੇ ਨਾਲ ਵੀ ਇਸ ਪਰਿਵਾਰ ਜਿਹੜਾ ਪਰਿਵਾਰ ਹੈ ਉਹ ਵੀ ਇਹ ਪੱਖ ਹੈ। ਇੱਕ ਪੱਖ ਸ਼ਹਾਦਤ ਦਾ ਪੱਖ ਹੈ, ਇੱਕ ਇਤਿਹਾਸਕ ਪੱਖ ਹੈ ਇਸ ਪਰਿਵਾਰ ਦਾ। ਬਹੁਤ ਵੱਡੀ ਆਪਣੇ ਆਪ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਛਵੀ ਕਹਿ ਲਈਏ ਆਪਾਂ, ਜਾਂ ਜੋ ਪਰਿਵਾਰ ਦੀ ਜਿਹੜੀ ਸ਼ਖਸੀਅਤ ਹੈ ਉਹ ਬੜੀ ਸਨਮਾਨਯੋਗ ਹੈ ਸਿੱਖ ਪੰਥ ਦੇ ਅੰਦਰ, ਸਿੱਖ ਧਰਮ ਦੇ ਅੰਦਰ, ਸਿੱਖ ਸੰਗਤਾਂ ਦੇ ਅੰਦਰ। ਜਦੋਂ ਭਾਈ ਮਲਕੀਤ ਸਿੰਘ ਜੀ ਫਿਰ ਖਾੜਕੂ ਸਭਾ ਵਿੱਚ ਚਲੇ ਜਾਂਦੇ ਨੇ, ਬਾਅਦ ਦੇ ਵਿੱਚ ਜਿਹੜਾ ਬੇਟਾ ਹੈ ਇਸ ਵਕਤ ਜਿਹਨੇ ਸਾਰਾ ਦਾਰਮਦਾਰ ਆਪਣੇ ਮੋਢਿਆਂ 'ਤੇ ਸੰਭਾਲਿਆ ਗੁਰੂ ਸਾਹਿਬ ਦੀ ਕਿਰਪਾ ਦੁਆਰਾ, ਤੁਹਾਡਾ ਬੇਟਾ ਉਸ ਵਕਤ ਕਿੰਨੇ ਸਾਲ ਦਾ ਸੀ? 2 ਸਾਲ ਦਾ ਸੀ ਜੀ। 2 ਵਰ੍ਹੇ ਦਾ ਸੀ। ਔਰ ਬੇਟੀਆਂ? ਬੇਟੀ ਵੱਡੀ 5 ਸਾਲਾਂ ਦੀ ਸੀ, ਛੋਟੀ 2 ਮਹੀਨਿਆਂ ਦੀ ਸੀ। 2 ਮਹੀਨੇ ਦੀ? ਹਾਂ 2 ਮਹੀਨਿਆਂ ਦੀ ਸੀ ਜਦੋਂ ਫੜੇ ਗਏ ਸੀ। 4 ਮਹੀਨਿਆਂ ਦੀ ਸੀ ਜਦੋਂ ਸ਼ਹੀਦ ਹੋ ਗਈ ਸੀ। ਜਦੋਂ 4 ਮਹੀਨਿਆਂ ਦੀ ਸੀ ਬੇਟੀ? 4 ਮਹੀਨਿਆਂ ਦੀ। ਜਦੋਂ ਘਰ ਦੇ ਵਿੱਚ ਜਿੱਦਾਂ ਸਰਕਾਰਾਂ ਨੂੰ ਪਤਾ ਲੱਗਦਾ, ਪੁਲਿਸ ਨੂੰ ਪਤਾ ਲੱਗਦਾ ਵੀ ਇਹ ਖਾੜਕੂ ਸਿੰਘ ਜਾਂ ਖਾੜਕੂ ਸਭਾ ਵਿੱਚ ਇਹ ਚਲਿਆ ਗਿਆ ਕੋਈ ਵੀ, ਤਾਂ ਸੁਭਾਵਕ ਹੈ ਪੁਲਿਸ ਦੀ ਜਿਹੜੀ ਰੇਡ ਹੈ, ਛਾਪੇ ਨੇ ਉਹਨਾਂ ਘਰਾਂ ਦੇ ਵਿੱਚ ਪਏ। ਕਿੰਨੀ ਦਫਾ ਪੁਲਿਸ ਜਿਹੜੀ ਹੈ ਇਸ ਘਰ ਦੇ ਵਿੱਚ ਉਹਨੇ ਰੇਡ ਮਾਰੀ ਸੀ ਜੀ? ਉਹ ਤਾਂ ਕੋਈ ਹਾਲ ਨਹੀਂ ਸੀ, ਕੋਈ ਰੋਟੀ ਨਹੀਂ ਸੀ ਪੱਕਦੀ। ਸਹੀ ਗੱਲ ਹੈ ਜੀ। ਆਥਣ ਤੜਕੇ ਸਵੇਰ ਪਤਾ ਨਹੀਂ ਸੁੱਤੇ ਵੇਲੇ ਤੇ ਕਿਹੜੇ ਵੇਲੇ ਆ ਜਾਣਾ ਸੀਗਾ। ਬਹੁਤ ਵੇਰੀ ਆਉਂਦੀ ਸੀ। ਸਾਰੇ ਕੋਈ ਰਿਸ਼ਤੇਦਾਰ ਵੀ ਨਹੀਂ ਖੜਦਾ ਸੀ ਤੇ ਆਂਢ ਗੁਆਂਢ ਤੇ ਖੜਨਾ ਕੀ ਸੀ, ਆਪਦਾ ਘਰ ਦਾ ਪਰਿਵਾਰ ਵੀ ਇੱਕ ਟਾਈਮ ਨਹੀਂ ਸੀ ਰਾਤ ਨੂੰ ਰਹਿੰਦਾ। ਉਹ ਵੀ ਸਾਰੇ ਫਿਰ ਕੋਈ ਕਿਤੇ ਫਸਾਉਂਦਾ ਸੀ, ਕੋਈ ਕਿਤੇ ਸੌਂਦਾ ਸੀਗਾ। ਬਹੁਤ ਔਖਾ ਟਾਈਮ ਸੀ ਉਦੋਂ। ਉਹ ਟਾਈਮ ਤਾਂ ਨਾ ਰੱਬ ਲਿਆਵੇ, ਬਹੁਤ ਔਖਾ ਕੱਢਿਆ ਗਾ। ਯਾਦ ਹੀ ਆ ਉਹ ਤਾਂ, ਸਾਰੀ ਜ਼ਿੰਦਗੀ ਯਾਦ ਹੀ ਰਹੂ ਜੇ ਨਜ਼ਰ ਜਾਵਾਂਗੇ। ਸਾਰੇ ਘਰ ਦੇ ਬੱਚੇ, ਪਰਿਵਾਰ ਸਾਰੇ ਫਿਰ 4 ਭਰਾ ਸੀ, ਇਹ ਸਾਰਿਆਂ ਤੋਂ ਛੋਟਾ ਸੀ। ਸਾਰੇ ਇਕੱਠੇ ਸੀਗੇ, ਭਤੀਜੇ ਸੀਗੇ, ਕੋਈ ਉਸ ਟਾਈਮ ਖੜਦਾ ਨਹੀਂ ਸੀ ਘਰੇ।
ਸੀਰੀ ਪਾਲੀ ਵੀ ਕਈ ਵਾਰ ਰਾਤ ਨੂੰ ਨਹੀਂ ਸੀ ਰਹਿੰਦਾ ਘਰੇ। ਬਾਕੀ ਤਾਂ ਕਿਸੇ ਨੇ ਕੀ ਖੜਨਾ, ਆਪਣੇ ਹੀ ਖੂਨ ਦੇ ਆਪਣੇ ਕੋਈ ਨਹੀਂ ਰਿਸ਼ਤੇ ਸੀ, ਮੁੱਖ ਕੋਈ- ਮੋੜ ਗਏ ਸੀ। ਹਾਂ, ਮੁੱਖ ਮੋੜ ਗਏ ਸੀ ਉਹ ਮੰਜ਼ਰ ਹੀ ਐਸਾ ਸੀ। ਔਰ ਬੀਬੀ ਬਿੰਦਰ ਕੌਰ ਜੀ, ਧਰਮ ਸੁਪਤਨੀ ਬਹੁਤ ਸ਼ਹੀਦ ਟਾਈਮ ਭਾਈ ਸੀ ਉਹ ਮਲਕੀਤ ਸਿੰਘ ਬੱਬਰ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਉਸ ਮੰਜ਼ਰ ਦੀ ਜਿਹੜੀ ਝਲਕ ਹੈ ਅੱਜ ਵੀ ਤੁਸੀਂ ਵੇਖ ਸਕਦੇ ਹੋ, ਪੜ੍ਹ ਸਕਦੇ ਹੋ, ਮਹਿਸੂਸ ਕਰ ਸਕਦੇ ਹੋ। ਸਾਨੂੰ ਤਾਂ ਮਹਿਸੂਸ ਹੋ ਰਹੀ ਹੈ। ਉਹਨਾਂ ਦੇ ਨਾਲ ਜਿਹੜੀ ਆ ਇੰਟਰਵਿਊ ਅਸੀਂ ਕਰ ਰਹੇ ਹਾਂ ਇਸ ਵਕਤ, ਜੋ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਦਰਦ ਹੈ, ਦੁੱਖ ਹੈ, ਦੁਖਾਂਤ ਹੈ, ਔਰ ਇੱਕ ਰੋਸ ਵੀ ਹੈ ਆਪਣਿਆਂ ਪ੍ਰਤੀ ਵੀ, ਪੰਥ ਦੇ ਆਗੂਆਂ ਪ੍ਰਤੀ ਵੀ, ਜਿਹੜੇ ਆਪਣੇ ਆਪ ਨੂੰ ਅਖੌਤੀ ਧਰਮ ਦੇ ਠੇਕੇਦਾਰ ਅਖਵਾਉਂਦੇ ਨੇ, ਉਹਨਾਂ ਪ੍ਰਤੀ ਵੀ। ਇਸ ਪਰਿਵਾਰ ਦੀ ਅੱਜ ਤੱਕ ਕਿਸੇ ਨੇ ਸਾਰ ਕੋਈ ਨਹੀਂ ਰਹੀ, ਔਰ ਇੱਕ ਸੱਚਾਈ ਹੈ, ਇਸ ਪਰਿਵਾਰ ਤੱਕ ਕੋਈ ਨਹੀਂ ਪਹੁੰਚਿਆ। ਆਪਣੇ ਮੂੰਹ ਮੋੜ ਗਏ। ਨਹੀਂ, ਆਪਣੇ ਤਾਂ ਨਹੀਂ ਮੂੰਹ ਮੁੜੇ ਜੀ, ਆਪਣੇ ਦਾ ਨਾਲ ਹੀ ਸੀ ਉਹ, ਆਪਣੇ ਨਾਲ ਹੁੰਦੇ ਸੀ ਉਹ, ਮਤਲਬ ਇਕੱਠੇ ਘਰੇ ਸਾਰੇ ਸੀ, ਖੜਦੇ ਘਰੇ ਖੜਦੇ ਨਹੀਂ ਸੀ, ਕੁੱਟ ਮਾਰਦੇ ਮਰਦੇ ਸਾਰੇ ਜਾਂਦੇ ਸੀ, ਇਕੱਠੇ ਸੀ ਨਾ ਉਦੋਂ ਤਾਂ। ਮਤਲਬ ਜਿਹੜਾ ਆਪਣਿਆਂ ਵੱਲੋਂ ਇੱਕ ਮੁੱਖ ਮੋੜਨ ਦੀ ਆਪਾਂ ਗੱਲ ਕਰ ਲਈਏ ਤਾਂ ਉਹ ਇਹ ਸੀ, ਇੱਕ ਸਹਿਮ ਸੀ ਪਰਿਵਾਰਕ ਮੈਂਬਰਾਂ ਦੇ ਅੰਦਰ ਵੀ, ਪਰ ਉਹ ਕਿਤੇ ਨਾ ਕਿਤੇ ਜ਼ਰੂਰ ਗੁਪਤ ਤੌਰ ਤੇ ਜਾਂ ਅੰਦਰ ਖਾਤੇ ਉਹ ਪਰਿਵਾਰ ਦੇ ਫੜ ਕੇ ਲੈ ਜਾਂਦੇ, ਫੜ ਕੇ ਲੈ ਗਏ ਸੀ, ਤਾਏ ਯਾਰ ਕਿੰਨੇ ਦਿਨ ਫੜ ਕੇ ਲੈ ਗਏ ਸੀ, ਕੁੱਟੇ ਸੀ, ਸੀਰੀਆਂ ਨੂੰ ਵੀ ਲੈ ਗਏ ਸੀ, ਆਂਢ ਗੁਆਂਢ ਨੂੰ ਵੀ ਲੈ ਗਏ ਸੀ, ਬਹੁਤ ਤੰਗ ਹੋਏ ਸੀ। ਕਿਉਂਕਿ ਉਸ ਵਕਤ ਜਿੰਨੇ ਰਿਸ਼ਤੇਦਾਰ ਹੁੰਦੇ ਸੀ, ਜਿਹੜੀ ਪੁਲਿਸ ਸੀ, ਉਹ ਭਾਵੇਂ ਉਹ ਮਾਮੇ ਨੇ, ਚਾਚੇ ਤਾਏ ਨੇ, ਭੂਆ ਫੁੱਫੜ ਨੇ, ਕੋਈ ਨਹੀਂ ਸੀ ਛੱਡ ਦਿੰਦੇ। ਔਰ ਇਹ ਦਾਸਤਾਨ ਹੈ ਹਰ ਇੱਕ ਸ਼ਹੀਦ ਪਰਿਵਾਰ ਦੀ, ਐਸਾ ਕੁਝ ਹੁੰਦਾ ਰਿਹਾ। ਪਰ ਪਰਿਵਾਰਾਂ ਨੇ ਅੰਦਰ ਖਾਤੇ ਜ਼ਰੂਰ ਪਰਿਵਾਰਾਂ ਦਾ ਸਾਥ ਕਦੇ ਵੀ ਨਹੀਂ ਛੱਡਿਆ, ਕਿਉਂਕਿ ਖੂਨ ਦੇ ਰਿਸ਼ਤੇ ਨੇ, ਸਾਥ ਛੱਡਦੇ ਨਹੀਂ ਹੁੰਦੇ। ਸੋ ਸਾਡੇ ਕਹਿਣ ਦਾ ਤਾਤਪਰ ਕੇਵਲ ਇੰਨਾ ਹੀ ਸੀ ਕਿ ਉਹ ਦੌਰ ਹੀ ਐਸਾ ਸੀ ਕਿ ਆਪਣਿਆਂ ਨੂੰ ਵੀ ਕਈ ਦਫਾ ਜਿਹੜਾ ਸੀ ਮੁੱਖ ਪਾਸੇ ਕਰਨਾ ਪੈਂਦਾ ਸੀ, ਦੁਨਿਆਵੀ ਤੌਰ 'ਤੇ ਜਾਂ ਆਪਣੇ ਆਪ ਨੂੰ ਬਚਾਉਣ ਦੀ ਖਾਤਰ। ਗੱਲ ਇਹ ਨਹੀਂ ਸੀ। ਉਸ ਤੋਂ ਬਾਅਦ ਕਿੰਨਾ ਸਮਾਂ ਤੁਹਾਨੂੰ ਵੀ ਜਿਹੜੀ ਪੁਲਿਸ ਆ ਕਦੇ ਆ ਕੇ ਕੋਈ ਅਪਸ਼ਬਦ ਬੋਲਿਆ ਕਿਸੇ ਨੇ? ਬਹੁਤ ਕੁਛ ਬੋਲਦੀ ਸੀ ਉਦੋਂ। 2 ਸਾਲ ਤਾਂ ਵੀ ਸਾਲ ਭਰ ਤਾਂ ਘਰੇ ਖੜਨ ਹੀ ਨਹੀਂ ਦਿੱਤਾ ਸੀ ਉਹਨਾਂ ਨੇ ਪੁਲਿਸਾਂ ਨੇ। ਪਤਾ ਨਹੀਂ ਸੀ ਵੀ ਰਾਤ ਨੂੰ ਆਉਣਾ ਕਿ ਦਿਨ ਨੂੰ ਆਉਣਾ। ਲੇਡੀ ਪੁਲਿਸ ਨਹੀਂ ਸੀ ਹੁੰਦੀ ਨਾਲ? ਨਾ, ਲੇਡੀ ਨਹੀਂ ਆਈ ਸੀ। ਤੇ ਜਦੋਂ ਪੁਲਿਸ ਵਾਲੇ ਆਉਂਦੇ ਸੀ ਘਰ ਦੇ ਵਿੱਚ ਤਾਂ ਉਹ ਜਿੱਦਾਂ ਪੁਲਿਸ ਦੀ ਸ਼ਬਦਾਵਲੀ ਹੁੰਦੀ ਹੈ, ਮਤਲਬ ਰਫ ਬੋਲਣਾ, ਅਪਸ਼ਬਦ ਬੋਲਣਾ, ਤੇ ਇਹ ਨਹੀਂ ਦੇਖਣਾ ਵੀ ਸਾਹਮਣੇ ਬੀਬੀ ਹੈ। ਨਹੀਂ, ਬਸ ਕਿੱਦਾਂ ਦੀ ਸ਼ਬਦਾਵਲੀ ਵਰਤਦੇ ਸੀ ਉਹ ਲੋਕ? ਬਹੁਤ ਕੁਛ ਹੀ ਬੋਲਦੇ ਸੀਗੇ। ਸਾਰੇ ਪਾਸੇ ਆਸੇ ਬੰਦੇ ਤੁਰ ਜਾਂਦੇ ਸੀ, ਬੁੜੀਆਂ ਰਹਿ ਜਾਂਦੀਆਂ ਘਰੇ। ਉਹਨਾਂ ਨੂੰ ਵੀ ਆਂਦੇ ਸੀ ਵੀ ਕਿੱਥੇ ਗਏ ਆ, ਸਾਨੂੰ ਕਿਉਂ ਨਹੀਂ ਪਤਾ, ਸਾਨੂੰ ਪਤਾ। ਕਿਤੇ ਆਖਣਾ ਵੀ ਖੇਤ ਆ, ਕਿਤੇ ਨਰਮੇ ਨੂੰ ਗਏ ਆ, ਕਿਤੇ ਸ਼ਹਿਰ ਗਏ ਆ, ਟਾਲੇ ਮਾਰਨੇ। ਸਹੀ ਨਹੀਂ ਸੀ ਦੱਸਦੀਆਂ ਵੀ ਕਿੱਥੇ ਆ ਕਿੱਥੇ ਨਹੀਂ। ਰੋਟੀ ਖਾਂਦੇ ਥਾਲ 'ਚ ਪਾਈ ਰਹਿ ਜਾਂਦੇ ਸੀ, ਉਹ ਵੀ ਭੱਜ ਜਾਂਦੇ ਸੀ, ਕੰਧਾ ਕੋਠਾ ਟੱਪਦੇ ਸੀ ਵਿਚਾਰੇ। ਬਹੁਤ ਤੰਗ ਕੀਤੇ ਸੀ ਉਹ ਤਾਂ, ਸਾਲ ਤਾਂ ਬਹੁਤ ਤੰਗ ਹੋਏ ਜੀ। ਘਰ ਉਦੋਂ ਪੁਰਾਣਾ ਸੀ? ਹਾਂ, ਘਰ ਪੁਰਾਣਾ ਸੀ ਉਹਦਾ ਜੀ। ਸਾਰੇ ਇੱਥੇ ਸੀਗੇ, 4 ਕਮਰੇ ਸੀਗੇ ਇਕੱਠੇ ਸੀ, 4 ਕਮਰੇ ਸੀ ਆਪਣੇ। ਆਹ ਜਿਹੜੇ ਉਹ ਹੁਣ ਤੁਸੀਂ ਗੱਡੀ ਖੜਾਈ ਆ, ਉਧਰ ਪਸ਼ੂਆਂ ਵਾਲਾ ਸੀਗਾ, ਉਹ ਉਹਨਾਂ ਨੇ ਲੈ ਲਿਆ ਸੀ। ਇਹ 4 ਕਮਰੇ ਸਾਨੂੰ ਛੱਡਤੇ ਸੀਗੇ, ਸਾਰੇ ਇਕੱਠੇ ਸੀ। ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਪੈੜੀ ਲੈ ਲਈ ਸੀ, ਉੱਥੇ ਉੱਠ ਗਏ ਸੀ 2 ਜਣੇ, 2 ਭਰਾ ਤੇ 2 ਇੱਥੇ ਰਹਿ ਗਏ ਸੀ। ਸਾਰੇ ਤੋਂ ਵੱਡਾ ਤੇ ਨਿੱਕਾ। ਇੱਕ ਹੋਰ ਬਹੁਤ ਵੱਡੀ ਗੱਲ ਹੈ ਇਸ ਪਰਿਵਾਰ ਦੀ, ਮਤਲਬ ਖਾੜਕੂ ਸਿੰਘਾਂ ਦਾ ਤਾਂ ਆਪਣਾ ਕਿਰਦਾਰ ਹੈ। ਇੱਕ ਅੱਗੋਂ ਪਰਿਵਾਰ ਦਾ ਵੀ ਜਿਹੜਾ ਕੱਦ ਹੈ ਔਰ ਕਿਰਦਾਰ ਹੈ ਕਿੱਡਾ ਉੱਚਾ ਹੈ, ਉਹਦੀ ਇੱਕ ਮਿਸਾਲ ਹੈ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦਾ ਇਹ ਪਰਿਵਾਰ, ਉਹਨਾਂ ਦੀ ਧਰਮ ਸੁਪਤਨੀ, ਉਹਨਾਂ ਦਾ ਸੁਪੁੱਤਰ, ਉਹਨਾਂ ਦੀ ਨੂੰਹ। ਇੱਕ ਦਫਾ ਕਦੇ ਐਸਾ ਵੀ ਹੋਇਆ ਵੀ ਤੁਹਾਨੂੰ ਕਿਸੇ ਨੇ ਆ ਕੇ ਥੋੜ੍ਹੀ ਬਹੁਤ ਮਦਦ 30-40 ਹਜ਼ਾਰ ਤੁਹਾਨੂੰ ਆ ਕੇ ਕਿਸੇ ਨੇ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਕੀ ਸੀ? ਉਹ ਆਪਣਾ ਇਹ ਦਰਸ਼ਨ ਨਹੀਂ ਦਿੱਤੇ ਸੀ ਬਾਈ ਇੱਕ ਵਾਰੀ, ਤੇ ਜਾਂ ਆਪਣਾ ਕਰਮਜੀਤ ਦਇਆ ਸੀ ਸਿਖਾਣੀ ਵਾਲਾ ਬਾਈ। ਹੋਰ ਨਹੀਂ ਕੋਈ ਵੀ ਮਦਦ ਕਰੀ, ਕੋਈ ਕਿਸੇ ਨੇ ਸੁਣਿਆ ਨਹੀਂ। ਐਵੇਂ ਕਹਿ ਗਏ ਨਾ, ਕੋਈ ਆਪਣੇ ਆਇਆ ਵਾ। ਤੁਸੀਂ ਉਹ ਪੈਸੇ ਫਿਰ ਮੋੜੇ ਵੀ ਇੱਕ ਦਫਾ ਐਸਾ? ਹਾਂ, ਮੋੜਤੇ ਸੀਗੇ ਉਹ ਸਾਰੇ। ਜਿਹੜੇ ਦਰਸ਼ਨ ਦੇ ਕੇ ਗਿਆ ਸੀਗਾ, ਆਪਾਂ ਨਹੀਂ ਫੜੇ ਹੋਏ। ਅਮਰੀਕ ਦੇ ਜੇਠ ਦਾ ਮੁੰਡਾ ਮੇਰੇ ਦਾ, ਉਸੇ ਨੇ ਫੜਾਤੇ ਸੀ। ਆਪਾਂ ਨਹੀਂ ਵੇਖਿਆ 20 ਸੀ, 30 ਸੀ, 40 ਸੀ, 50 ਸੀ, ਕੁਛ ਨਹੀਂ ਚੱਕਿਆ ਉਹਨਾਂ ਦਾ, ਵਾਪਸ ਕਰਤੇ ਸੀ। ਤੁਸੀਂ ਉਸ ਵਕਤ ਕੀ ਕਿਹਾ ਸੀ ਫਿਰ ਉਹਨਾਂ ਨੂੰ? ਕਿਹਾ ਸੀ ਵੀ ਜਦੋਂ ਉਹ ਆਪ ਨਹੀਂ ਰਹੇ ਮਦਦ ਦੇਣ ਵਾਲੇ, ਜੇ ਅਸੀਂ ਕਿਸੇ ਨੂੰ ਦੇ ਨਹੀਂ ਨਾ ਸਕਦੇ ਸਹਾਰਾ, ਤੇ ਅਸੀਂ ਕਿਸੇ ਤੋਂ ਉਹਦੇ ਸਹਾਰਾ ਵੀ ਨਹੀਂ ਸਕਦੇ। ਅਸੀਂ ਨਿਗਰਾਈ ਕਰ ਸਕਦੇ ਉਹਦੇ ਮੁੱਕੇ ਹੱਡਾਂ ਦੀ ਵੀ। ਜੇ ਆਪਾਂ ਦੇ ਨਹੀਂ ਸਕਦੇ, ਸਾਥੋਂ ਨਹੀਂ ਪਹੁੰਚ ਪੈਂਦੀ ਦੇਣ ਦੀ, ਤੇ ਅਸੀਂ ਰਹਿੰਦੇ ਨਹੀਂ।
ਸਾਨੂੰ ਵਾਹਿਗੁਰੂ ਦੀ ਕਿਰਪਾ। ਇਹ ਕਿਰਦਾਰ ਹੈ ਇਹਨਾਂ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਜਿਹੜੇ ਇਹ ਸਿੰਘ ਨੇ, ਸ਼ਹੀਦ ਸਿੰਘ ਨੇ, ਸ਼ਹੀਦ ਭਾਈ ਮਲਕੀਤ ਸਿੰਘ ਬੱਬਰ, ਉਹਨਾਂ ਦੇ ਪਰਿਵਾਰ ਦਾ ਇਹ ਕਿਰਦਾਰ ਕਿ ਆਇਆ ਹੋਇਆ ਪੈਸਾ ਵੀ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਜੇ ਅਸੀਂ ਦੇ ਨਹੀਂ ਸਕਦੇ ਤਾਂ ਸਾਨੂੰ ਲੈਣ ਦਾ ਵੀ ਕੋਈ ਹੱਕ ਨਹੀਂ। ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਸ਼ਹੀਦਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੇ ਕਿਤੇ ਪੈਸੇ ਦੀ ਮੰਗ ਕੀਤੀ। ਅੱਜ ਤੱਕ ਕੋਈ ਵੀ ਸ਼ਹੀਦ ਪਰਿਵਾਰ ਜਿਹੜਾ ਹੈ, ਜਿੰਨੀਆਂ ਇੰਟਰਵਿਊਆਂ ਅਸੀਂ ਕੀਤੀਆਂ, ਕਿਸੇ ਪਰਿਵਾਰ ਨੇ ਜਿਹੜਾ ਹੈ, ਭਾਵੇਂ ਆਰਥਿਕ ਪੱਖੋਂ ਤੰਗ ਵੀ ਨੇ ਬਹੁਤ ਪਰਿਵਾਰ, ਇੱਥੋਂ ਤੱਕ ਇੱਕ ਸਿੰਘ ਦੀ, ਸ਼ਹੀਦ ਸਿੰਘ ਦੀ ਮਾਂ ਭਾਂਡੇ ਵੀ ਜਿਹੜੀ ਹੈ ਲੋਕਾਂ ਦੇ ਭਾਂਡੇ ਮਾਂਜ ਰਹੀ ਹੈ, ਉਹਦਾ ਭਰਾ ਰਿਕਸ਼ਾ ਵੀ ਚਲਾ ਰਿਹਾ ਹੈ, ਆਰਥਿਕ ਪੱਖ ਕਮਜ਼ੋਰ ਹੈ, ਪਰ ਫਿਰ ਵੀ ਉਹਨਾਂ ਨੇ ਕਦੇ ਹੱਥ ਨਹੀਂ ਫੈਲਾਏ ਕਿਸੇ ਦੇ ਅੱਗੇ ਵੀ ਸਾਨੂੰ ਸਾਡੀ ਮਦਦ ਕਰੋ। ਪਰ ਬਣਦਾ ਫਰਜ਼ ਜਿਹੜਾ ਸਾਡਾ ਸੀ, ਪੰਥ ਦਾ, ਕੌਮ ਦੇ ਆਗੂਆਂ ਦਾ, ਉਹ ਫਰਜ਼ ਅਸੀਂ ਬਾਖੂਬੀ ਨਿਭਾਇਆ ਨਹੀਂ। ਇੱਥੋਂ ਤੱਕ ਤਖਤਾਂ ਦੇ ਜਥੇਦਾਰਾਂ ਨੇ ਵੀ ਜਿਹੜਾ ਫੰਡ ਆਇਆ ਸੀ ਉਹ ਸ਼ਹੀਦ ਪਰਿਵਾਰਾਂ ਤੱਕ ਨਹੀਂ ਪਹੁੰਚਾਇਆ। ਇਹ ਵੀ ਇੱਕ ਵੱਡਾ ਦਰਦ, ਇੱਕ ਦੁਖਾਂਤ ਹੈ। ਇੱਕ ਉਹ ਕਿਰਦਾਰ ਹੈ, ਇੱਕ ਆਹ ਕਿਰਦਾਰ ਸਾਡੇ ਤੁਹਾਡੇ ਸਾਹਮਣੇ ਹੈ, ਕੈਮਰੇ ਦੇ ਸਾਹਮਣੇ ਹੈ। ਸੋ ਸਲੂਟ ਹੈ, ਸਲਾਮ ਹੈ, ਔਰ ਸਿਰ ਝੁਕਦਾ ਹੈ ਐਸੇ ਪਰਿਵਾਰਾਂ, ਸ਼ਹੀਦ ਪਰਿਵਾਰਾਂ ਦੇ ਅੱਗੇ, ਉਹਨਾਂ ਦੀ ਸੋਚ ਦੇ ਅੱਗੇ। ਮੈਂ ਚਾਹੂੰਗਾ ਹੁਣ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਜੀ ਦੇ ਸਪੁੱਤਰ, ਜਿਹੜੇ ਇਸ ਵਕਤ ਗੁਰੂ ਸਾਹਿਬ ਦੀ ਜਿਨ੍ਹਾਂ 'ਤੇ ਕਿਰਪਾ ਹੈ ਔਰ ਬਹੁਤ ਉਹਨਾਂ ਨੇ ਜਿਹੜਾ ਸਾਰਾ ਕਾਰੋਬਾਰ ਹੈ ਖੇਤੀਬਾੜੀ ਦਾ ਉਹ ਸਾਂਭਿਆ, ਅਤੇ ਜਿਹੜਾ ਅਸੀਂ ਆਪਣੀ ਮਾਂ ਨੂੰ ਜਿਹੜਾ ਉਹ ਸਮਾਂ 'ਤੇ ਨਹੀਂ ਉਹ ਭੁਲਾ ਸਕਦੇ ਕਦੇ ਵੀ, ਮਾਤਾ ਜੀ ਨਹੀਂ ਭੁੱਲ ਸਕਦੇ, ਜਾਂ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਜੀ ਦੀ ਸੁਪਤਨੀ ਬੀਬੀ ਬਿੰਦਰ ਕੌਰ ਜੀ ਕਦੇ ਉਹ ਸਮਾਂ ਨਹੀਂ ਭੁੱਲ ਸਕਦੇ। ਪਰ ਪੁੱਤਰ ਨੇ ਹਰ ਇੱਕ ਸੁੱਖ, ਹਰ ਇੱਕ ਸਹੂਲਤ, ਹਰ ਉਹ ਖੁਸ਼ੀ ਆਪਣੀ ਮਾਂ ਨੂੰ ਦੇਣ ਦਾ ਯਤਨ ਕੀਤਾ ਔਰ ਦੇ ਵੀ ਰਹੇ ਨੇ। ਤੁਹਾਡੇ ਸਾਹਮਣੇ ਇਸ ਵਕਤ ਮੈਂ ਭਾਈ ਦਾਨ ਸਿੰਘ ਜੀ ਦੀ 9ਵੀਂ ਪੀੜ੍ਹੀ ਔਰ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੇ ਸੁਪੁੱਤਰ, ਉਹਨਾਂ ਨੂੰ ਤੁਹਾਡੇ ਮੈਂ ਰੂਬਰੂ ਕਰਨਾ ਚਾਹੁੰਦਾ। ਮਾਈਕ ਦੇ ਦਿਓ। ਪਹਿਲਾਂ ਆਪਣਾ ਨਾਮ ਦੱਸ ਦਿਓ ਸੰਗਤਾਂ ਨੂੰ, ਉੱਧਰ ਬਿਲਕੁਲ ਮੂੰਹ ਕਰ। ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਮੈਂ ਭਾਈ ਮਲਕੀਤ ਸਿੰਘ ਬੱਬਰ ਖਾਲਸਾ ਦਾ ਬੇਟਾ ਅਮਰੀਕ ਸਿੰਘ ਬੋਲਦਾ ਜੀ ਪਿਆ। ਹੈਲੋ। ਨਹੀਂ ਸੁਭਾਵਕ ਹੈ ਉਸ ਦੌਰ ਦੇ ਵਿੱਚ ਗੁਜ਼ਰੇ ਭਾਈ ਮਲਕੀਤ ਸਿੰਘ ਮੇਰੇ ਡੈਡੀ ਜੀ ਬਹੁਤ ਚੰਗੇ ਸੂਝਵਾਨ ਬੰਦੇ ਸਨ। ਜਦੋਂ ਉਹਨਾਂ ਨੇ ਭਾਰਤ ਦੇ ਵਿੱਚ ਚਲੇ ਗਏ ਤਾਂ 2 ਸਾਲ ਦੇ ਸੀ ਅਸੀਂ ਜੀ। 2 ਸਾਲ ਦੇ ਸੀ ਅਸੀਂ। ਮੇਰੀ ਨਿੱਕੀ ਦੀਦੀ 2 ਮਹੀਨਿਆਂ ਦੀ ਸੀ ਉਦੋਂ ਜੀ, ਅਤੇ ਮੇਰੀ ਵੱਡੀ ਸਿਸਟਰ ਉਹ 5 ਸਾਲਾਂ ਦੀ ਸੀ ਉਦੋਂ ਜੀ। ਅਤੇ ਉਹਨਾਂ ਨੇ ਆਪਦੇ ਸਿੱਖੀ ਜੀਵਨ ਦੀ ਖਾਤਰ ਦੀ, ਕੌਮ ਦੀ ਖਾਤਰ ਆਪਦਾ ਜਾਨ ਲੇਖੇ ਲਾ ਦਿੱਤੀ ਮੌਤ ਆਪਦੀ। ਅਸੀਂ ਉਦੋਂ ਨਿੱਕੇ ਨਿੱਕੇ ਹੁੰਦੇ, ਮਾਤਾ ਜੀ ਨੇ ਸਾਨੂੰ ਪਾਲਿਆ ਔਖੇ ਟਾਈਮਾਂ 'ਚ ਕਾਲ ਵੇਖ ਕੇ ਸਕੂਲ ਘੱਲਣਾ, ਅਤੇ ਪਰ ਪਿਤਾ ਦੀ ਸਾਨੂੰ ਸਾਇਆ ਨਹੀਂ ਮਿਲ ਸਕਿਆ ਉੱਪਰੋਂ ਜੀ। ਅਸੀਂ ਆਪਦਾ ਬਚਪਨ ਨਿੱਕੇ ਹੁੰਦਿਆਂ ਨੇ ਬਸ ਇੰਦਾ ਹੀ ਬਗਾ ਉਹ ਕੀਤਾ ਜੀ ਆਪਦਾ। ਉਸ ਟਾਈਮਾਂ ਦੇ ਹਾਲਾਤਾਂ ਦੇ ਵਿੱਚ ਪਲੇ ਪਲੋਸੇ ਅਸੀਂ ਆਪਦਾ। ਹੁਣ ਮਾਤਾ ਜੀ ਦੀ ਮਿਹਨਤ ਕਰਕੇ ਆਪਦੀ ਅਸੀਂ ਉਹਨੂੰ ਸੁੱਖ ਦਾ ਸਾਹ ਦੇ ਰਹੇ ਹਾਂ ਜੀ ਅਸੀਂ। ਹਾਂਜੀ, ਸੁਭਾਵਕ ਹੈ ਖਾਲਸਾ ਵਾਹਿਗੁਰੂ। ਮੋਸ਼ਨ ਦਾ ਆਉਣਾ, ਜਜ਼ਬਾਤ ਜਿਹੜੇ ਨੇ ਬਲਬਲੇ ਬਾਹਰ ਆਉਣੇ, ਅੱਖੀਆਂ ਦੇ ਰਾਹੀਂ ਉਹ ਨੀਰ ਵਗਣਾ। ਇਸ ਵਕਤ ਭਾਈ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੀ ਜਿਹੜੀ ਨੂੰਹ ਹੈ ਬੀਬੀ ਰਾਜਵੀਰ ਕੌਰ ਜੀ, ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਫਖਰ ਤੇ ਇੱਕ ਹੈ ਤੇ ਇਸ ਪਰਿਵਾਰ ਦੀ ਤੁਸੀਂ ਨੂੰਹ ਬਣ ਕੇ ਆਏ, ਔਰ ਸਰਦਾਰ ਭਾਈ ਦਾਨ ਸਿੰਘ ਜੀ ਦੀ ਇਹ ਜਿਹੜੀ ਪੀੜ੍ਹੀ ਹੈ ਇਸ ਵਕਤ 8ਵੀਂ 9ਵੀਂ ਅਤੇ ਹੁਣ ਜਿਹੜਾ ਤੁਹਾਡਾ ਬੇਟਾ ਉਹ 10ਵੀਂ ਪੀੜ੍ਹੀ ਦੇ ਵਿੱਚ। ਕਿੱਦਾਂ ਦਾ ਮਹਿਸੂਸ ਕਰਦੇ ਹੋ ਇਸ ਪਰਿਵਾਰ ਦੀ ਨੂੰਹ ਬਣ ਕੇ?
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਵੀਰ ਕੌਰ, ਭਾਈ ਮਲਕੀਤ ਸਿੰਘ ਬੱਬਰ ਉਹਨਾਂ ਦੀ ਨੂੰਹ ਹਾਂ। ਮੈਂ ਇਸ ਪਰਿਵਾਰ ਦੇ ਵਿੱਚ ਆ ਕੇ ਬਹੁਤ ਹੀ ਫਖਰ ਮਹਿਸੂਸ ਕਰਦੀ ਹਾਂ ਕਿ ਮੈਂ ਇੱਕ ਸ਼ਹੀਦ ਪਰਿਵਾਰ ਦੇ ਨਾਲ ਇੱਕ ਜੁੜੀ ਅਤੇ ਉਹਨਾਂ ਦੀ ਪੀੜ੍ਹੀ ਨੂੰ ਦੋ ਪੋਤਰੇ ਦੇ ਕੇ ਪੀੜ੍ਹੀ ਅੱਗੇ ਵਧਾਈ। ਉਸ ਟਾਈਮ ਦੇ ਵਿੱਚ ਗੱਲਾਂ ਪਹਿਲਾਂ ਆਪ ਤੋਂ ਹੈ ਨਹੀਂ ਸੀ ਅਤੇ ਪਰ ਗੱਲਾਂ ਤਾਂ ਸੁਣਦੇ ਹਾਂ ਉਸ ਟਾਈਮ ਦੀਆਂ, ਪਰ ਫਿਰ ਵੀ ਅੱਜ ਵੀ ਦਿਲ ਬਹੁਤ ਦੁਖੀ ਹੁੰਦਾ ਹੈ ਉਸ ਟਾਈਮ ਨੂੰ ਸੁਣ ਕੇ ਵੀ ਕਿਸ ਟਾਈਮ ਉਸ ਟਾਈਮ ਦੇ ਵਿੱਚ ਪਰਿਵਾਰ ਨੇ ਕਿੰਨਾ ਔਖਾਂ ਦੇ ਨਾਲ ਪਾਲਿਆ। ਇੰਨੀਆਂ ਵਾਵਾਂ ਵਗੀਆਂ ਇੰਨੇ ਘਰ ਪਰਿਵਾਰ ਦੇ ਵਿੱਚ, ਫਿਰ ਵੀ ਹੌਸਲਾ ਨਹੀਂ ਛੱਡਿਆ ਇਹਨਾਂ ਨੇ। ਪਰ ਫਿਰ ਵੀ ਅੱਜ ਮੈਂ ਵੀ ਇਸ ਪਰਿਵਾਰ ਦੇ ਨਾਲ ਜੁੜ ਕੇ ਬਹੁਤ ਹੀ ਫਖਰ ਮਹਿਸੂਸ ਕਰਦੀ ਹਾਂ ਕਿ ਮੈਂ ਇਸ ਪਰਿਵਾਰ ਦੀ ਨੂੰਹ ਹਾਂ। ਮੈਂ ਆਪਣੇ ਸਹੁਰੇ ਪਰਿਵਾਰ ਦੇ ਭਾਈ ਮਲਕੀਤ ਸਿੰਘ ਬੱਬਰ ਉਹਨਾਂ ਦਾ ਕਦੇ ਵੀ ਸਿਰ ਆ ਜਿਹੜਾ ਉਹ ਝੁਕਣ ਨਹੀਂ ਦੇਵਾਂਗੀ। ਇੱਜ਼ਤ ਪੱਖੋਂ, ਸਾਰੇ ਮਾਣ ਸਨਮਾਨ ਪੱਖੋਂ ਇਹਨਾਂ ਦੇ ਪਰਿਵਾਰ ਨੂੰ ਅੱਗੇ ਵਧਾਇਆ। ਪਰਮਾਤਮਾ ਦੀ ਕਿਰਪਾ ਇਸੇ ਤਰ੍ਹਾਂ ਹੀ ਬਣੀ ਰਵੇ, ਸਾਰਾ ਪਰਿਵਾਰ ਰਲ ਮਿਲ ਕੇ ਰਵੇ, ਕੋਈ ਵੀ ਦਿੱਕਤ ਨਾ ਆਵੇ ਇਸ ਪਰਿਵਾਰ ਨੂੰ। ਜੋ ਪਹਿਲਾਂ ਔਖਾ ਟਾਈਮ ਲੰਘ ਗਿਆ, ਪਰ ਅੱਜ ਦੀ ਘੜੀ ਵਿੱਚ ਪਰਿਵਾਰ ਬਹੁਤ ਹੀ ਸੁੱਖ ਆਰਾਮ ਦੇ ਨਾਲ ਰਹਿ ਰਿਹਾ ਹੈ। ਪਰਮਾਤਮਾ ਦੀ ਕਿਰਪਾ ਹੈ। ਉਸ ਟਾਈਮ ਨੂੰ ਯਾਦ ਕਰਕੇ ਅੱਜ ਵੀ ਦਿਲ ਬਹੁਤ ਦੁਖੀ ਹੁੰਦਾ ਹੈ। ਅੱਖਾਂ ਵਿੱਚੋਂ ਸਭ ਦੇ ਹੰਝੂ ਆ ਜਾਂਦੇ ਨੇ ਉਸ ਟਾਈਮ ਨੂੰ ਸੁਣ ਕੇ। ਆਪ ਦਾ ਵੀ ਮਨ ਬਹੁਤ ਹੀ ਔਖਾ ਹੁੰਦਾ ਹੈ। ਸਮਝ ਸਕਦੇ ਹੋ ਤੁਸੀਂ, ਲਫ਼ਜ਼ ਜਿਹੜੇ ਨੇ ਰੁਕ ਜਾਂਦੇ ਨੇ ਜਦੋਂ ਉਹ ਮੰਜ਼ਰ, ਉਹ ਦਰਦ, ਉਹ ਦੁਖਾਂਤ ਕੈਮਰੇ ਸਾਹਮਣੇ ਪਰਿਵਾਰ ਬਿਆਨ ਕਰਦੇ ਨੇ, ਅਲਫਾਜ਼ ਹੀ ਗੁੰਮ ਹੋ ਜਾਂਦੇ ਨੇ। ਬੋਲੋ। ਬਹੁਤ ਮਾਣ ਹੈ ਤੁਹਾਨੂੰ, ਕੌਮ ਨੂੰ, ਇਸ ਪਰਿਵਾਰ 'ਤੇ, ਪੰਥ ਨੂੰ, ਔਰ ਤੁਹਾਨੂੰ ਬੜਾ ਫਖਰ ਹੈ ਇਸ ਪਰਿਵਾਰ ਦੀ ਨੂੰਹ ਬਣ ਕੇ। ਇਤਿਹਾਸਕ ਪੱਖ ਵੀ ਹੈ, ਸ਼ਹਾਦਤ ਦਾ ਪੱਖ ਵੀ ਹੈ ਪਰਿਵਾਰ ਦਾ। ਇਹੀ ਕਹਿੰਦੇ ਹਾਂ ਜੀ, ਪਰਿਵਾਰ ਬਸ ਸੁੱਖ ਆਰਾਮ ਨਾਲ ਰਵੇ। ਜੋ ਪਹਿਲਾਂ ਵਾਹਵਾਂ ਵਾਗੀਆਂ ਵੀ ਉਹ ਤੱਤੀ ਵਾਹ ਨਾ ਲੱਗੇ ਇਸ ਪਰਿਵਾਰ ਨੂੰ। ਉਸ ਟਾਈਮ ਪਾਪਾ ਜੀ ਨੇ ਜੋ ਟਾਈਮ ਕੱਢਿਆ ਉਹ ਉਹਨਾਂ ਨੂੰ ਹੀ ਪਤਾ ਸੀ। ਜੋ ਵਾਹਵਾਂ ਵਗੀਆਂ ਉਹ ਉਹਨਾਂ 'ਤੇ ਹੀ ਵਗੀਆਂ ਨੇ, ਦੂਸਰਿਆਂ ਨੂੰ ਕੋਈ ਪਤਾ ਨਹੀਂ ਕੀ ਕੁਛ ਹੋਇਆ। ਜੋ ਕੁਛ ਹੋਇਆ ਉਹ ਨਾਲ ਹੀ ਲੈ ਗਏ ਨੇ। ਪਰ ਅੱਜ ਦੀ ਘੜੀ ਦੇ ਵਿੱਚ ਜੋ ਵੀ ਇਹਨਾਂ ਤੋਂ ਇਤਿਹਾਸ ਸੁਣਦੇ ਹਾਂ, ਪੜ੍ਹਦੇ ਹਾਂ, ਬੁੱਕਾਂ ਪਈਆਂ, ਪਹਿਲੇ ਰਸਾਲੇ ਪਏ ਨੇ ਉਹ ਪੜ੍ਹਦੇ ਹਾਂ, ਅਤੇ ਪਰ ਉਹਨਾਂ ਦੇ ਵਿੱਚ ਸੁਣ ਕੇ ਬਹੁਤ ਹੀ ਦਿਲ ਆ ਜਿਹੜਾ ਉਹ ਦੁਖੀ ਹੁੰਦਾ ਏ। ਪਰ ਇਸ ਪਰਿਵਾਰ ਨੂੰ ਸੁੱਖ ਸ਼ਾਂਤੀ, ਪਰਮਾਤਮਾ ਦੀ ਮਿਹਰ ਹੈ, ਸੁੱਖ ਸ਼ਾਂਤੀ ਬਖਸ਼ੇ। ਅੱਜ ਵੀ ਉਹਨਾਂ ਦਾ ਨਾਮ ਆ ਜਿਹੜਾ ਅੱਜ ਵੀ ਯਾਦ ਆਏਗਾ। ਅੱਜ ਵੀ ਜਿਉਂਦੇ ਨੇ ਉਹ ਇਸ ਧਰਤੀ ਦੇ ਉੱਪਰ, ਸਦਾ ਹੀ ਜਿਉਂਦੇ ਨੇ। ਹਾਂਜੀ, ਅੱਜ ਵੀ ਜਿਉਂਦੇ ਨੇ ਉਹ। ਉਹਨਾਂ ਦੀ ਪੀੜ੍ਹੀ ਵਧੀ ਹੈ, ਉਹਨਾਂ ਦੀ ਕੁਲ ਹੈ ਜਿਹੜੀ ਉਹ ਵਧੀ ਹੈਗੀ। 2 ਪੋਤਰੇ ਹੋ ਗਏ ਨੇ ਅੱਜ ਦੀ ਘੜੀ ਦੇ ਵਿੱਚ। ਉਹਨਾਂ ਦੀ ਪੀੜ੍ਹੀ ਹੈ ਜਿਹੜੀ ਬਾਬਾ ਭਾਈ ਦਾਨ ਸਿੰਘ ਜੀ ਦੀ ਪੀੜ੍ਹੀ ਹੈ ਜਿਹੜੀ ਉਹ 10ਵੀਂ ਪੀੜ੍ਹੀ ਹੈ ਜਿਹੜੀ, ਉਸ ਨੂੰ ਵਧਾਇਆ ਏ। ਪਰਮਾਤਮਾ ਦੀ ਕਿਰਪਾ ਏ, ਅੱਗੇ ਵੀ ਪੀੜ੍ਹੀ ਦਰ ਪੀੜ੍ਹੀ ਵੱਧਦੀ ਰਹੇ। ਸਿੱਖ ਹਮੇਸ਼ਾ ਹੀ ਅਮਰ ਹੈ ਔਰ ਸ਼ਹੀਦ ਵੀ ਅਮਰ ਨੇ। ਭਾਈ ਦਾਨ ਸਿੰਘ ਜੀ ਦੀ ਇਹ ਪੀੜ੍ਹੀ ਔਰ ਭਾਈ ਦਾਨ ਸਿੰਘ ਜੀ ਵੀ ਹਮੇਸ਼ਾ ਹੀ ਅਮਰ ਨੇ ਪੰਥ ਦੇ ਅੰਦਰ, ਕੌਮ ਦੇ ਅੰਦਰ, ਕੌਮੀ ਭਾਵਨਾ ਰੱਖਣ ਵਾਲੇ ਸਿੱਖਾਂ ਦੇ ਅੰਦਰ, ਸਿੱਖ ਗੁਰ ਇਤਿਹਾਸ ਦੇ ਅੰਦਰ। ਸਿੱਖ ਜਿਹੜਾ ਹੈ ਉਹ ਹਮੇਸ਼ਾ ਹੀ ਅਮਰ ਹੈ। ਮਰਦੇ ਕੇਵਲ ਸਾਕਤ ਨੇ, ਸਿੱਖ ਕਦੇ ਨਹੀਂ ਮਰਦਾ। ਸਿੱਖ ਤੇ ਅਮਰ ਹੈ। ਇਸੇ ਤਰ੍ਹਾਂ ਸ਼ਹੀਦ ਵੀ ਅਮਰ ਹੁੰਦੇ ਨੇ ਔਰ ਇਹ ਬਹੁਤ ਵੱਡਾ ਖਜ਼ਾਨਾ ਹੈ ਇੱਕ ਪੰਥ ਦਾ, ਕੌਮ ਦਾ। ਇਹ ਸ਼ਹੀਦ ਭਾਈ ਦਾਨ ਸਿੰਘ ਜੀ ਦਾ ਇਹ ਪਰਿਵਾਰ, ਇਹ ਪੀੜ੍ਹੀ ਜਿਹੜੀ ਹੈ ਹੁਣ 10ਵੀਂ ਪੀੜ੍ਹੀ ਹੈ। ਉਸ ਬੱਚੇ ਦੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ। 2 ਬੱਚੇ ਨੇ 10ਵੀਂ ਪੀੜ੍ਹੀ ਦੇ ਵਿੱਚ। ਸੋ ਇਹ ਜਿਹੜਾ ਕੁਛ ਤੁਹਾਡੇ ਸਹੁਰਾ ਸਾਹਿਬ
ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਉਹਨਾਂ ਦੀ ਜਿਹੜੀ ਆਹ ਜੀਵਨੀ ਹੈ, ਇਹ ਜਿਹੜੀ ਕਿਤਾਬ ਹੈ ਭਾਈ ਕਰਮਜੀਤ ਸਿੰਘ ਸਿੱਖਾਵਾਲਾ ਨੇ ਲਿਖੀ, ਇਹਨੂੰ ਤੁਸੀਂ ਪੜ੍ਹੋਗੇ? ਹਾਂਜੀ। ਨਾ ਪੜ੍ਹੋ। ਮਾਈਕ ਹਾਂ ਰੱਖ ਲਓ ਮਾਈਕ। ਜੀਵਨੀ ਜਿਹੜੀ ਹੈ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੀ, ਉਹ ਤੁਹਾਡੇ ਤੱਕ ਅਸੀਂ ਤੁਹਾਡੇ ਰੂਬਰੂ ਕਰਨਾ ਚਾਹੁੰਦੇ ਹਾਂ ਤਾਂ ਕਿ ਕੋਈ ਗੱਲ ਜਿਹੜੀ ਹੈ ਵਿਸਰ ਨਾ ਜਾਵੇ। ਉਹਨਾਂ ਦੀ ਨੂੰਹ ਪੜ੍ਹ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਈ ਮਲਕੀਤ ਸਿੰਘ ਬੱਬਰ ਭੋਲਾ ਦਾਨ ਸਿੰਘ ਵਾਲਾ ਮਾਲਵੇ ਦੇ ਬਠਿੰਡਾ ਜ਼ਿਲ੍ਹੇ ਦੀ ਹੱਦ ਤੇ ਫਰੀਦਕੋਟ ਜ਼ਿਲ੍ਹੇ ਦੇ ਨਾਲ ਲੱਗਦਾ ਪਿੰਡ ਹੈ। ਜੈਤੋ ਤੋਂ ਬਰਕੰਦੀ, ਬਿਸ਼ਨੰਦੀ, ਗੰਗਾ ਅਤੇ ਦਾਨ ਸਿੰਘ ਵਾਲਾ। ਇਸੇ ਤਰ੍ਹਾਂ ਹੀ ਬਠਿੰਡਾ ਤੋਂ ਗੋਨਿਆਣਾ, ਫਿਰ ਦਾਨ ਸਿੰਘ ਵਾਲਾ। ਪਿੰਡ ਦੀ ਜੂਹ ਵਿੱਚ ਵੜਦਿਆਂ ਹੀ ਭਾਈ ਦਾਨ ਸਿੰਘ ਦਾ ਆਦਮ ਕੱਦ ਬੁੱਤ ਲੱਗਾ ਹੈ। ਪਿੰਡ ਨੂੰ ਭਾਈ ਦਾਨ ਸਿੰਘ ਨੇ ਵਸਾਇਆ ਸੀ। ਭਾਈ ਦਾਨ ਸਿੰਘ ਜੀ ਭਾਈ ਮਹਾਂ ਸਿੰਘ ਜੀ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੰਗਜੂ ਜਰਨੈਲ ਸਨ। ਭਾਈ ਮਹਾਂ ਸਿੰਘ ਜੀ ਨੇ ਖਦਰਾਣੇ ਦੀ ਢਾਬ 'ਤੇ ਗੁਰੂ ਸਾਹਿਬ ਜੀ ਲਈ ਮੁਗਲਾਂ ਦੇ ਖਿਲਾਫ ਲੜ ਕੇ ਮਾਝੇ ਦੀ ਸਿੱਖੀ ਬਚਾਈ ਸੀ। ਭਾਈ ਦਾਨ ਸਿੰਘ ਜੀ ਨੇ ਗੁਰੂ ਸਾਹਿਬ ਜੀ ਤੋਂ ਮਾਲਵੇ ਅੰਦਰ ਅੰਮ੍ਰਿਤ ਸੰਚਾਰ ਕਰਵਾ ਕੇ ਮਾਲਵੇ 'ਚ ਸਿੱਖੀ ਦੀ ਨੀਂਹ ਰੱਖੀ ਸੀ। ਭਾਈ ਦਾਨ ਸਿੰਘ ਵੱਲੋਂ ਮਾਲਵੇ ਅੰਦਰ ਲਾਏ ਸਿੱਖੀ ਦੇ ਬੂਟੇ ਨੂੰ ਕੌਮ ਦੀ ਆਜ਼ਾਦੀ ਦੇ ਸੰਘਰਸ਼ ਅੰਦਰ ਭਾਈ ਮਲਕੀਤ ਸਿੰਘ ਬੱਬਰ ਦੀ ਸ਼ਹਾਦਤ ਨੇ ਹੋਰ ਵੀ ਹਰਿਆ ਭਰਿਆ ਰੱਖਿਆ। ਭਾਈ ਮਲਕੀਤ ਸਿੰਘ ਬੱਬਰ ਭਾਈ ਦਾਨ ਸਿੰਘ ਜੀ ਦੀ ਵੰਸ਼ ਵਿੱਚੋਂ 8ਵੀਂ ਪੀੜ੍ਹੀ ਪੂਰਵਲੀ ਸਾਂਝ ਕਾਰਨ ਗੁਰਸਿੱਖੀ ਨਾਲ ਜੁੜੇ ਹੋਏ ਸਨ। ਖਾਲਸਾ ਪੰਥ ਵੱਲੋਂ ਆਰੰਭੇ ਸੰਘਰਸ਼ ਵਿੱਚ ਕੁਰਬਾਨ ਹੋਏ ਲੱਖਾਂ ਸਿਰਾਂ ਵਿੱਚੋਂ ਭਾਈ ਮਲਕੀਤ ਸਿੰਘ ਬੱਬਰ ਦੀ ਸ਼ਹਾਦਤ ਵੀ ਇੱਕ ਲਸਾਨੀ ਸ਼ਹਾਦਤ ਸੀ। ਆਪ ਜੀ ਦਾ ਜਨਮ ਸਰਦਾਰ ਮਿਹਰ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਗੁਰਦਿਆਲ ਕੌਰ ਜੀ ਸੁਲੱਖਣੀ ਕੁੱਖੋਂ ਹੋਇਆ। ਭਾਈ ਸਾਹਿਬ ਇੱਕ ਗੰਭੀਰ ਚਿੰਤਕ ਤੇ ਗੁਪਤ ਸੇਵਾ ਭਾਵਨਾ ਦੀ ਲਗਨ ਨਾਲ ਵਿਚਰਨ ਵਾਲਾ ਯੋਧਾ ਸੀ, ਜੋ ਭਾਈ ਵੀਰ ਸਿੰਘ ਜੀ ਦੀ ਇਹ ਤੁਕ ਅਕਸਰ ਹੀ ਗੁਣਗੁਣਾਉਂਦਾ ਰਹਿੰਦਾ ਸੀ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਹਿੰਦੁਸਤਾਨੀ ਸਰਕਾਰ ਵੱਲੋਂ ਅਕਾਲ ਤਖਤ ਨੂੰ ਢਾਹੇ ਜਾਣ ਦੇ ਦ੍ਰਿਸ਼ ਨੂੰ ਆਪਣੇ ਸੀਨੇ ਵਿੱਚ ਦੱਬੀ ਉਹ ਬਹੁਤ ਹੀ ਘੱਟ ਕਿਸੇ ਕੋਲ ਇਹ ਪੀੜ ਜ਼ਾਹਰ ਕਰਦੇ ਸਨ। ਸੰਤ ਜਰਨੈਲ ਸਿੰਘ ਦੀਆਂ ਕੈਸਟਾਂ ਨੂੰ ਸੁਣਨਾ, ਭਰੇ ਮਨ ਨਾਲ ਖੇਤਾਂ ਨੂੰ ਤੁਰ ਪੈਣਾ, ਕੌਮ ਲਈ ਕੁਝ ਕਰ ਗੁਜ਼ਰਨ ਦੀ ਚਾਹ ਹਮੇਸ਼ਾ ਹੀ ਆਪਣੀ ਸੋਚ ਵਿੱਚ ਰੱਖਣੀ। ਇੱਕ ਦਿਨ ਭਾਈ ਦਰਸ਼ਨ ਸਿੰਘ ਬੱਬਰ ਆਕਲੀਆ, ਜੋ ਆਪਣੀ ਰੂਪੋਸ਼ ਜ਼ਿੰਦਗੀ ਦੌਰਾਨ ਦਾਨ ਸਿੰਘ ਵਾਲਾ ਦੇ ਖੇਤਾਂ ਵਿੱਚੋਂ ਗੁਜ਼ਰ ਰਹੇ ਸਨ, ਦਾ ਭਾਈ ਮਲਕੀਤ ਸਿੰਘ ਨਾਲ ਮੇਲ ਜੋਲ ਹੋਇਆ। ਆਪਸ ਵਿੱਚ ਦਿਲਾਂ ਦੀਆਂ ਗੱਲਾਂ ਸਾਂਝੀਆਂ ਹੋਈਆਂ ਤਾਂ ਭਾਈ ਮਲਕੀਤ ਸਿੰਘ ਨੂੰ ਕੌਮੀ ਸੰਘਰਸ਼ ਵਿੱਚ ਕੁੱਦਣ ਦੀ ਲਈ ਰਸਤਾ ਮਿਲ ਗਿਆ। ਭਾਈ ਮਲਕੀਤ ਸਿੰਘ ਦਾ ਘਰ ਪਿੰਡ ਤੋਂ ਬਾਹਰ ਪਿੰਡ ਆਕਲੀਆ ਨੂੰ ਜਾਂਦੀ ਸੜਕ ਦੇ ਨਜ਼ਦੀਕ ਕੋਠੇ ਬੁੱਧ ਸਿੰਘ ਵਿਖੇ ਹੈ। ਖਾੜਕੂ ਸਿੰਘਾਂ ਦੇ ਘਰਾਂ ਦੀ ਤਰਾਸਦੀ ਦਾ ਤਾਂ ਬਹੁਤ ਦੇਖੀ ਸੀ, ਪਰ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੇ ਘਰ ਦੀ ਤਸਵੀਰ ਕਦੇ ਵੀ ਨਹੀਂ ਭੁੱਲਣੀ। ਘਰ ਵਿੱਚ ਵੜਨ ਲਈ ਇੱਕ 3 ਫੁੱਟਾ ਉੱਚਾ 2 ਫੁੱਟਾ ਚੌੜਾ ਬਾਰੀ ਦੇ ਆਕਾਰ ਦਾ ਗੇਟ ਸੀ, ਜੋ ਡਿੱਗਦਾ ਖੜਾ ਸੀ। ਪਰਿਵਾਰ ਦੇ ਮੈਂਬਰ ਰਾਤ ਨੂੰ ਉਸ ਦੇ ਦਰਵਾਜ਼ੇ ਨੂੰ ਲੱਕੜਾਂ ਦਾ ਸਹਾਰਾ ਦੇ ਕੇ ਖੜਾ ਕਰ ਦਿੰਦੇ ਸਨ, ਜਾਂ ਭਾਈ ਸਾਹਿਬ ਜੀ ਦੇ ਦੂਸਰੇ ਭਰਾਵਾਂ ਦੇ ਘਰ ਵਿੱਚ ਦੀ ਹੋ ਕੇ ਆਇਆ ਜਾ ਸਕਦਾ ਸੀ। ਗੁਰਸਿੱਖ ਸੰਸਥਾ ਦੇ ਮੈਂਬਰ ਜਦੋਂ ਉਸ ਘਰ ਦੀ ਤਰਾਸਦੀ ਦੇਖਣ ਲਈ 1-2 ਵਾਰ ਉਹਨਾਂ ਦੇ ਘਰੇ ਗਏ ਤਾਂ ਉਹਨਾਂ ਦੇ ਘਰ ਵਾਲਿਆਂ ਨੇ ਇੱਕ ਨਮੋਸ਼ੀ ਜਿਹੀ ਮਹਿਸੂਸ ਕਰਕੇ ਹੁਣ ਗੇਟ ਵੱਡਾ ਕਰਕੇ ਲੋਹੇ ਦਾ ਬਣਾ ਦਿੱਤਾ ਹੈ। ਪਰਿਵਾਰ ਦੇ ਮੈਂਬਰ ਪੂਰੀ ਤਰ੍ਹਾਂ ਹੀ ਆਪਣੇ ਸ਼ਰੀਕੇ 'ਤੇ ਨਿਰਭਰ ਹਨ ਜਾਂ ਥੋੜ੍ਹਾ ਬਹੁਤ ਦੁੱਧ ਵੇਚ ਲੈਂਦੇ ਹਨ। ਆਪ ਜੀ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਸਨ, ਪਰ ਜੀਵਨੀ ਲਿਖੇ ਜਾਣ ਵੇਲੇ ਤੱਕ ਜ਼ਮੀਨ ਦੀ ਮਾਲਕੀ ਪਰਿਵਾਰ ਨੂੰ ਅਜੇ ਤੱਕ ਨਹੀਂ ਸੀ ਦਿੱਤੀ ਗਈ। ਆਪ ਜੀ ਦੇ 4 ਭਾਈਆਂ ਵਿੱਚੋਂ ਸਭ ਤੋਂ ਛੋਟੇ ਸਨ। ਆਪ ਜੀ ਦੀ ਧਰਮ ਪਤਨੀ ਬੀਬੀ ਬਿੰਦਰ ਕੌਰ 2 ਲੜਕੀਆਂ 1 ਲੜਕੇ ਨਾਲ ਆਪਣੇ ਘਰੇ ਗੁਰਸਿੱਖੀ ਭੈ ਭਾਵਨਾ ਨਾਲ ਰਹਿ ਰਹੀ ਹੈ। ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਦੀ ਦੂਰ ਦੀ ਸੋਚਣੀ ਨੇ ਆਪ ਜੀ ਅਤੇ ਇਹਨਾਂ ਦੇ ਦੂਸਰੇ ਸਾਥੀਆਂ ਭਾਈ ਬਚਿੱਤਰ ਸਿੰਘ ਦੋਦੜਾ, ਭਾਈ ਸੁਰਜਨ ਸਿੰਘ ਸੁਖਨਾ ਦੀ ਸੇਵਾ ਰਾਜਸਥਾਨ ਵਿੱਚ ਲਾ ਦਿੱਤੀ। ਹਨੇਰੀਆਂ ਰਾਤਾਂ ਦੀਆਂ ਲੰਮੀਆਂ ਵਾਟਾਂ ਉਹ ਹਿਰਨਾਂ ਵਾਂਗ ਚੁੰਗੀਆਂ ਭਰਦੇ ਲੰਘ ਜਾਂਦੇ ਸਨ। ਨਾਲ ਦੇ ਸਿੰਘ ਹਾਸੇ ਨਾਲ ਕਹਿ ਦਿੰਦੇ, ਜਿੰਨਾ ਭਾਰ ਆਸਾਨੀ ਨਾਲ ਕਿਸੇ ਤੋਂ ਚੱਕ ਹੁੰਦਾ ਹੈ ਚੱਕ ਲਵੋ, ਬਾਕੀ ਸਾਰਾ ਹੀ ਦਾਨ ਸਿੰਘ ਵਾਲੇ 'ਤੇ ਲੱਦ ਦੇਵੋ, ਆਪੇ ਹੀ ਮੰਜ਼ਿਲ 'ਤੇ ਪਹੁੰਚ ਜਾਵੇਗਾ। ਮਾਲਵੇ ਦਾ ਭਾਈ ਮਲਕੀਤ ਇਤਨਾ ਗੁਪਤ ਵਿਚਰਦਾ ਸੀ ਕਿ ਕਿਸੇ ਨੂੰ ਪਿੰਡ ਵਿੱਚ ਤਾਂ ਕੀ ਪਤਾ ਲੱਗਣਾ ਸੀ, ਪਰਿਵਾਰ ਨੂੰ ਵੀ ਇਸ ਦੀ ਭਿਣਕ ਨਹੀਂ ਸੀ।
ਭਿਣਕ ਨਹੀਂ ਸੀ ਕਿ ਮਲਕੀਤ ਸਿੰਘ ਬੱਬਰਾਂ ਦਾ ਜੰਗਜੂ ਸਿਪਾਹੀ ਹੈ। ਦਿਲ ਅੰਦਰ ਇਤਨੀ ਫਰਾਖ ਦਿਲੀ ਸੀ ਕਿ ਕਿਸੇ ਦੁਸ਼ਟ ਨੂੰ ਸੋਧਣ ਤੋਂ ਪਹਿਲਾਂ 1000 ਵਾਰ ਸੋਚਦੇ ਸਨ। ਫਿਰ ਵੀ ਕਹਿ ਦਿੰਦੇ ਸਨ, ਇਸ ਨੂੰ ਕਹੋ ਜੇਕਰ ਇਹ ਸੁਧਰ ਜਾਵੇ ਤਾਂ ਚੰਗਾ ਹੈ, ਨਹੀਂ ਤਾਂ ਮਾਰਨ ਦਾ ਕੀ ਹੈ, ਜਦੋਂ ਮਰਜ਼ੀ ਇਸ ਨੂੰ ਗੱਡੀ ਚੜ੍ਹਾ ਦੇਵਾਂਗੇ। ਪਰਿਵਾਰ ਅੰਦਰ ਕਿਸ ਕਦਰ ਚੁੱਪ ਦੀ ਗੁਰਬੱਤ ਹੈ ਕਿ ਮਾਲਵੇ ਦੀ ਠੇਠ ਬੋਲੀ ਵਿੱਚ ਉਹਨਾਂ ਦੀ ਧਰਮ ਪਤਨੀ ਨੇ ਕਿਹਾ, ਬਾਈ ਜੀ ਦੁੱਖ ਤਾਂ ਬਥੇਰਾ ਹੈ, ਕੀ ਦੱਸਾਂ। ਆਖਰੀ ਵਾਰ ਜਦੋਂ ਘਰੋਂ ਮਿਲ ਕੇ ਗਏ ਕਹਿੰਦੇ, ਆਪਾਂ ਰਾਜਸਥਾਨ ਵਿੱਚ ਪੈਲੀ ਖਰੀਦ ਲਈ ਹੈ, ਮੈਨੂੰ ਕਈ ਦਿਨ ਉੱਥੇ ਲੱਗ ਜਾਣਗੇ, ਤੂੰ ਫਿਕਰ ਨਾ ਕਰੀਂ। ਮੈਨੂੰ ਤਾਂ ਕੀ ਪਤਾ ਸੀ ਉਹ ਘਰੋਂ ਬਾਹਰ ਕਿਉਂ ਰਹਿੰਦੇ ਸਨ। ਘਰ ਦਾ ਖਰਚ ਦੁੱਧ ਵੇਚ ਕੇ ਚਲਾਉਂਦੇ ਹਾਂ। ਪਰਿਵਾਰ ਆਪਣੇ ਸਰੀਕੇ ਨੂੰ ਤਰਸੀ ਨਜ਼ਰਾਂ ਨਾਲ ਤੱਕਦਾ ਹੈ। ਭਾਈ ਸਾਹਿਬ ਜੀ ਦੀ ਵੱਡੀ ਬੇਟੀ ਵੀਰਪਾਲ ਕੌਰ ਨੇ ਸਾਨੂੰ ਇੱਕ ਸਵਾਲ ਕਰ ਦਿੱਤਾ, ਤੁਸੀਂ ਸਾਨੂੰ ਦੱਸੋ ਮੇਰੇ ਪਾਪਾ ਕੀ ਸਨ, ਕੌਣ ਸਨ, ਉਹ ਕੀ ਕਰਦੇ ਹੁੰਦੇ ਸਨ। ਮੈਨੂੰ ਮੇਰੀਆਂ ਸਹੇਲੀਆਂ ਪੁੱਛਦੀਆਂ ਹਨ, ਇਹ ਸੱਚੀ ਗੱਲ ਹੈ, ਸਾਡੇ ਘਰਾਂ ਦੇ ਸਾਨੂੰ ਚੰਗਾ ਨਹੀਂ ਸਮਝਦੇ। ਬੇਟੀ ਵੀਰਪਾਲ ਨੇ ਰੋਂਦੀ ਹੋਈ ਨੇ ਕਿਹਾ ਕਿ ਮੇਰੇ ਪਾਪਾ ਅੱਤਵਾਦੀ ਸਨ। ਮੈਂ ਇਹਨਾਂ ਸਾਰਿਆਂ ਨਾਲ ਬਹਿਸਦੀ ਹਾਂ। ਮੇਰੀ ਮੰਮੀ ਮੈਨੂੰ ਰੋਕਦੀ ਹੈ, ਪਰ ਪਾਪਾ ਨੂੰ ਅੱਤਵਾਦੀ ਕਿਉਂ ਆਖਿਆ ਜਾਂਦਾ ਹੈ। ਮੈਂ ਵੱਡੀ ਹੋ ਕੇ ਆਪਣੇ ਪਾਪਾ ਦੀ ਵਰਸੀ ਮਨਾਵਾਂਗੀ। ਮੇਰੇ ਪਾਪਾ ਅੱਤਵਾਦੀ ਨਹੀਂ ਸਨ, ਉਹ ਇੱਕ ਖਾਲਸਾ ਸੀ, ਖਾਲਸਾ ਬਣ ਕੇ ਲੜਿਆ ਸੀ। ਮੇਰੇ ਪਾਪਾ ਨੂੰ ਪੁਲਿਸ ਨੇ ਕੁੱਟ-ਕੁੱਟ ਕੇ ਸ਼ਹੀਦ ਕੀਤਾ ਹੈ। ਉਹ ਸ਼ਹੀਦ ਸੀ। ਜੇਕਰ ਸਾਡੇ ਘਰ ਦੇ, ਸਾਡੇ ਪਿੰਡ ਦੇ ਮੇਰੇ ਚਾਚੇ ਤਾਏ ਬਾਬੇ ਮੇਰੇ ਪਾਪਾ ਦੀ ਵਰਸੀ ਨਹੀਂ ਮਨਾਉਣਗੇ ਤਾਂ ਕੋਈ ਨਹੀਂ, ਮੈਂ ਵੱਡੀ ਹੋ ਕੇ ਜ਼ਰੂਰ ਮਨਾਵਾਂਗੀ। ਬੇਟੀ ਵੀਰਪਾਲ ਵਿਲਕਦੀ ਹੋਈ ਕਮਰੇ ਅੰਦਰ ਵੜ ਕੇ ਉੱਚੀ ਉੱਚੀ ਰੋਂਦੀ ਸੁਣੀ। ਬੇਟੀ ਵੀਰਪਾਲ ਅਤੇ ਅਜਿਹੀਆਂ ਹੀ ਹੋਰ ਪੰਥ ਦੀਆਂ ਯਤੀਮ ਹੋਈਆਂ ਬੱਚੀਆਂ ਦਾ ਕੌਮ ਸਾਹਮਣੇ ਇੱਕ ਸਵਾਲ ਹੈ, ਸ਼ਹੀਦਾਂ ਉੱਪਰ, ਉਹਨਾਂ ਦੇ ਪਰਿਵਾਰਾਂ ਉੱਪਰ ਅੱਤਵਾਦੀਆਂ ਦੀ ਮੋਹਰ ਕੌਣ ਲਾ ਰਿਹਾ ਹੈ। ਸਾਡੇ ਆਪਣੇ ਜਾਂ ਬਗਾਨੇ ਖਾਲਸਾ ਪੰਥ ਦੇ ਇਸ ਵਿਸ਼ਾਲ ਅਮੀਰ ਬ੍ਰਹਿਮੰਡ ਵਿੱਚ ਇਹਨਾਂ ਪਰਿਵਾਰਾਂ ਨੂੰ, ਸ਼ਹੀਦਾਂ ਦੇ ਬੱਚੇ ਬੱਚੀਆਂ ਨੂੰ, ਲਾਵਾਰਸ ਸੀਵਿਆਂ ਦੇ ਬੇਆਸਰੇ ਹੋਏ ਦੁਖਾਂਤ ਨੂੰ ਕੀ ਯਤੀਮਾਂ ਦਾ ਦਰਜਾ ਦੇ ਦੇਈਏ ਜਾਂ ਅੱਤਵਾਦੀਆਂ ਦਾ ਦਰਜਾ ਦੇ ਦੇਈਏ ਜਾਂ ਕੌਮ ਦੀ ਮਹਾਨ ਵਿਰਾਸਤ ਦਾ। ਜੇਕਰ ਇਹਨਾਂ ਬੋਲਾਂ ਦਾ ਮੁਲਾਂਕਣ ਕਰਕੇ ਇਸ ਨੂੰ ਨਾ ਸੰਭਾਲਿਆ ਤਾਂ ਆਪਾਂ ਨੂੰ ਇਤਿਹਾਸ ਕਦੇ ਵੀ ਮਾਫ਼ ਨਹੀਂ ਕਰੇਗਾ। ਭਾਈ ਸਾਹਿਬ ਜੀ ਦੀ ਧਰਮ ਪਤਨੀ ਦੇ ਸਾਦਗੀ ਭਰੇ ਵਿਹੜੇ ਵਿੱਚੋਂ ਘਰ ਦੀ ਹਾਲਤ 21ਵੀਂ ਸਦੀ ਦੇ ਸਾਇੰਸੀ ਯੁੱਗ ਵਿੱਚ ਹੋਰ ਵੀ ਗੰਭੀਰ ਹੋ ਕੇ ਉੱਭਰਦੀ ਹੈ। ਜਦੋਂ ਉਹ ਸਾਡੇ ਲਈ ਚਾਹ ਬਣਾਉਣ ਲਈ ਗਹੀਰੇ ਵਿੱਚੋਂ ਪਾਥੀਆਂ ਦਾ ਟੋਕਰਾ ਚੌਂਕੇ ਵਿੱਚ ਰੱਖਦੇ ਹਨ, ਬਸ ਬਾਈ ਜੀ ਪਾਥੀਆਂ ਚੁੱਲ੍ਹੇ ਲਾ ਦਿੱਤੀਆਂ, ਛੇਤੀ ਚਾਹ ਬਣ ਜਾਵੇਗੀ। ਬੇਟੀ ਵੀਰਪਾਲ ਕੌਰ ਦੇ ਬੋਲ ਵੀ ਸਵਾਲ ਪਾ ਰਹੇ ਹਨ। ਪੜ੍ਹਨ ਨੂੰ ਤਾਂ ਦਿਲ ਕਰਦਾ ਹੈ, ਬੜਾ ਮਨ ਖਰਾਬ ਹੁੰਦਾ ਹੈ ਜਦੋਂ ਆਪਣੇ ਘਰਾਂ ਵਿੱਚੋਂ ਭੈਣਾਂ ਨੂੰ ਪੜ੍ਹਨ ਜਾਂਦਿਆਂ ਤੱਕਦੀ ਹੈ। ਮੈਂ ਘਰੇ ਕਾਪੀਆਂ ਕਿਤਾਬਾਂ ਤੇ ਦਾਖਲੇ ਲਈ ਪੈਸਿਆਂ ਦੀ ਥੋੜ੍ਹ ਮਹਿਸੂਸਦੀ ਹਾਂ। ਗੁਰਸਿੱਖ ਸੰਸਥਾ ਵੱਲੋਂ ਕੁਝ ਉਪਰਾਲਾ ਕਰਕੇ, ਕੁਝ ਪਰਿਵਾਰਾਂ ਨੂੰ ਪ੍ਰੇਰ ਕੇ ਤੇ ਸਰਪੰਚ ਸਾਹਿਬ ਸਤਨਾਮ ਸਿੰਘ ਨੂੰ ਬੇਨਤੀ ਕਰਕੇ ਬੇਟੀਆਂ ਪੜ੍ਹਨ ਲਈ ਲਾਈਆਂ ਗਈਆਂ ਹਨ। ਮਿੱਠ ਬੋਲੜੇ ਸੁਭਾਅ ਵਾਲਾ ਭਾਈ ਮਲਕੀਤ ਸਿੰਘ ਹਮੇਸ਼ਾ ਆਪਣੇ ਅੰਦਰ ਸਿੱਖੀ, ਸਿਦਕ ਤੇ ਮਨੁੱਖਤਾ ਦਾ ਦਰਦ ਸਾਂਭੀ ਰੱਖਦੇ ਸਨ। ਖੇਤਾਂ ਅੰਦਰ ਕੰਮ ਕਰਦੇ ਗਰੀਬ ਦਿਹਾੜੀਦਾਰਾਂ ਕਾਮਿਆਂ ਪ੍ਰਤੀ ਹਮੇਸ਼ਾ ਹੀ ਹਮਦਰਦੀ ਰੱਖਦੇ ਸਨ। ਭਰਾਵੋ, ਮੈਂ ਜਿੰਨੇ ਜੋਗਾ ਹਾਂ ਹਾਜ਼ਰ ਹਾਂ, ਪਰ ਮੈਨੂੰ ਤੁਸੀਂ ਪਰਦੇ ਨਾਲ ਦੱਸ ਦਿਆ ਕਰੋ। ਭਾਈ ਸਾਹਿਬ ਜੀ ਦੇ ਸ਼ਹੀਦ ਹੋਣ ਤੋਂ ਕੁਝ ਸਮੇਂ ਬਾਅਦ ਨਗਰ ਨੇ ਸਹਿਯੋਗ ਕਰਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਭਾਈ ਸਾਹਿਬ ਜੀ ਦੀ ਯਾਦ ਵਿੱਚ ਨਿਸ਼ਾਨ ਸਾਹਿਬ ਚਲਾਇਆ ਹੋਇਆ ਹੈ। ਘਰੇ ਕਦੇ ਵੀ ਭਾਈ ਸਾਹਿਬ ਜੀ ਦੀ ਯਾਦ ਵਿੱਚ ਕੋਈ ਸਮਾਰੋਹ ਜਾਂ ਬਰਸੀ ਨਹੀਂ ਮਨਾਈ ਗਈ। ਭਾਈ ਸਾਹਿਬ ਜੀ ਦੇ ਬੱਚੇ ਜ਼ਰੂਰ ਇਹ ਖਾਹਿਸ਼ ਮਨ ਅੰਦਰ ਰੱਖੀ ਬੈਠੇ ਹਨ ਕਿ ਜਦੋਂ ਅਸੀਂ ਪੈਰਾਂ ਸਿਰ ਹੋ ਗਏ, ਅਸੀਂ ਆਪਣੇ ਪਾਪਾ ਦੀ ਯਾਦ ਜ਼ਰੂਰ ਮਨਾਵਾਂਗੇ। ਗੁਰੂ ਦੇ ਹੁਕਮ ਅਨੁਸਾਰ ਜਦੋਂ ਮਾਲਵਾ ਜ਼ੋਨ ਦੇ ਮੁੱਖ ਜਥੇਦਾਰ ਨੇ ਭਾਈ ਮਲਕੀਤ ਸਿੰਘ ਬੱਬਰ ਦੀ ਸੇਵਾ ਕਿਸੇ ਖਾਸ ਕੰਮ ਲਈ ਰਾਜਸਥਾਨ ਵਿਖੇ ਲਾਈ ਤਾਂ ਭਾਈ ਮਲਕੀਤ ਸਿੰਘ ਨੇ ਆਪਣੇ ਸਾਥੀਆਂ ਭਾਈ ਬਚਿੱਤਰ ਸਿੰਘ ਦੋਦੜਾ ਜ਼ਿਲ੍ਹਾ ਮਾਨਸਾ ਅਤੇ ਭਾਈ ਸੁਰਜਨ ਸਿੰਘ ਸੁਖਣਾ ਜ਼ਿਲ੍ਹਾ ਮੁਕਤਸਰ ਨਾਲ ਰਾਜਸਥਾਨ ਦੇ ਜ਼ਿਲ੍ਹਾ ਗੰਗਾ ਨਗਰ ਵਿਖੇ ਤੁਰੰਤ ਪਹੁੰਚ ਕੀਤੀ ਅਤੇ ਸੁਖਨੇ ਪਿੰਡ ਦੇ ਹੀ ਡਾਕਟਰ ਅਮਰਜੀਤ ਸਿੰਘ ਨੂੰ ਮਗਰ ਆਉਣ ਲਈ ਕਿਹਾ। 10 ਨਵੰਬਰ 1991 ਨੂੰ ਦਿਨ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਜਦੋਂ ਤਿੰਨੋਂ ਸਿੰਘ ਰਾਏ ਸਿੰਘ ਨਗਰ ਦੀ ਇੱਕ ਸੜਕ ਤੇ ਜਾ ਰਹੇ ਸਨ ਤਾਂ 29 ਬਟਾਲੀਅਨ BSF ਦੀ ਇੱਕ ਗਸ਼ਤੀ ਟੁਕੜੀ ਦੇ ਘੇਰੇ ਵਿੱਚ ਆ ਕੇ ਫੜੇ ਗਏ। ਥਾਣਾ ਰਾਏ ਸਿੰਘ
ਨਗਰ ਦੇ ਮੁਨਸ਼ੀ ਸਤਨਾਮ ਸਿੰਘ ਦੇ 27 ਨਵੰਬਰ ਰਜਿਸਟਰ ਤੇ FI ਦਾ R ਨੰਬਰ 0357 6191 ਜਿਹੜੀ BSF ਵੱਲੋਂ ਮਿਤੀ 10 ਨਵੰਬਰ 1991 ਨੂੰ ਰਾਤ 10 ਵਜੇ ਦਰਜ ਕਰਵਾਈ ਗਈ। ਵਿੱਚ ਲਿਖਿਆ 3 ਸਿੱਖ ਅੱਤਵਾਦੀ ਮਲਕੀਤ ਸਿੰਘ ਉਰਫ ਭੋਲਾ ਉਰਫ ਵਿਧਾਵਾ, ਜੱਟ ਸਿੰਘ ਪੁੱਤਰ ਮਿਹਰ ਸਿੰਘ ਵਾਸੀ ਦਾਨ ਸਿੰਘ ਵਾਲਾ, ਥਾਣਾ ਨਈਆਂ ਵਾਲਾ, ਜ਼ਿਲ੍ਹਾ ਬਠਿੰਡਾ, ਛੱਜੂ ਸਿੰਘ ਉਰਫ ਬਚਿੱਤਰ ਸਿੰਘ ਪੁੱਤਰ ਸਾਧੂ ਸਿੰਘ, ਜਾਤ ਸ਼ੀਂਬਾ, ਸਿੱਖ ਵਾਸੀ ਦੋਦੜਾ, ਥਾਣਾ ਬੁਢਲਾਡਾ, ਜ਼ਿਲ੍ਹਾ ਬਠਿੰਡਾ, ਅਤੇ ਸੁਰਜਣ ਸਿੰਘ ਪੁੱਤਰ ਮੁਖਤਿਆਰ ਸਿੰਘ, ਜਾਤ ਜੱਟ ਸਿੱਖ ਵਾਸੀ ਸੁਖਨਾ, ਥਾਣਾ ਕੋਟਭਾਈ, ਜ਼ਿਲ੍ਹਾ ਫਰੀਦਕੋਟ, ਜਿਨ੍ਹਾਂ ਦੀ ਤਲਾਸ਼ੀ ਲੈਣ ਤੇ ਕਰਮਵਾਰ 52 ਰੁਪਏ, 181 ਰੁਪਏ ਅਤੇ 133 ਰੁਪਏ ਮਿਲੇ ਸਨ, ਜਿਨ੍ਹਾਂ ਨੂੰ 7/11/1991 ਨੂੰ ਪਾਕਿਸਤਾਨ ਬੈਠੇ ਵਧਾਵਾ ਸਿੰਘ ਬੱਬਰ ਵੱਲੋਂ ਬਹੁਤ ਵੱਡੀ ਹਥਿਆਰਾਂ ਦੀ ਖੇਪ ਮਿਲੀ ਹੈ। ਇਹ ਤਿੰਨੋਂ ਸਿੱਖ ਅੱਤਵਾਦੀ BSF ਦੀ 29 ਬਟਾਲੀਅਨ ਨਾਲ ਇੱਕ ਗਸ਼ਤੀ ਮੁਕਾਬਲੇ ਸਮੇਂ ਫੜੇ ਗਏ ਹਨ। FIR ਹਿੰਦੀ ਵਿੱਚ ਲਿਖੀ ਗਈ ਹੈ। ਕੁੱਲ 12 ਕਾਲਮ ਹਨ। ਕਾਲਮ ਨੰਬਰ 3 ਤੇ ਫੜੇ ਗਏ ਵਿਅਕਤੀਆਂ ਦੀ ਸੰਖਿਆ 3 ਲਿਖੀ ਗਈ ਹੈ। ਕਾਲਮ ਨੰਬਰ 11 ਮਰੇ ਹੋਇਆਂ ਲਈ ਹੈ, ਜੋ ਕਿ ਖਾਲੀ ਹੈ, ਭਾਵ ਨਿਲ ਹੈ, ਕੋਈ ਨਹੀਂ ਮਰਿਆ। BSF ਅਤੇ ਗੰਗਾ ਨਗਰ ਜ਼ਿਲ੍ਹਾ ਪੁਲਿਸ ਵੱਲੋਂ 14/11/1991 ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਦੇ ਸਾਹਮਣੇ ਤਿੰਨਾਂ ਨੌਜਵਾਨਾਂ ਨੂੰ ਪੇਸ਼ ਕੀਤਾ ਗਿਆ। ਨਾਲ ਮੇਜ਼ ਉੱਪਰ ਹਥਿਆਰ ਰੱਖੇ ਹੋਏ ਪ੍ਰੈਸ ਨੂੰ ਦਿਖਾਏ ਗਏ। ਇਹ ਸਾਰੇ ਹਥਿਆਰਾਂ 12 ਬੋਰ ਦੀਆਂ ਕੱਟੀਆਂ ਹੋਈਆਂ ਨਾਲੀਆਂ ਵਾਲੀਆਂ ਬੰਦੂਕਾਂ ਅਤੇ ਗੰਗਾ ਨਗਰ ਦੇ ਸ਼ਿਕਲੀਗਰਾਂ ਵੱਲੋਂ ਬਣਾਏ ਹੋਏ ਦੇਸੀ ਪਿਸਤੌਲ ਸਨ। ਇਹਨਾਂ ਸਾਰਿਆਂ ਦੀਆਂ ਤਸਵੀਰਾਂ ਰੋਜ਼ਾਨਾ ਜਗਬਾਣੀ ਜਲੰਧਰ ਵਿੱਚ 15/11/1991 ਨੂੰ ਪ੍ਰੈਸ ਰਿਪੋਰਟਰ ਸਿੰਗਲਾ ਰਾਹੀਂ ਪ੍ਰਕਾਸ਼ਿਤ ਕੀਤੀਆਂ ਗਈਆਂ, ਜਦਕਿ ਇਹਨਾਂ 'ਤੇ ਦੋਸ਼ ਇਹ ਸੀ ਕਿ ਇਹਨਾਂ ਨੂੰ ਬਾਹਰੋਂ ਹਥਿਆਰਾਂ ਦੀ ਬਹੁਤ ਹੀ ਵੱਡੀ ਖੇਪ 7/11/1991 ਨੂੰ ਮਿਲੀ ਸੀ ਅਤੇ ਇਹਨਾਂ ਨਾਲ ਹੋਏ ਮੁਕਾਬਲੇ ਵਿੱਚ ਪ੍ਰਿਥਵੀਸਰ ਪੋਸਟ ਨੰਬਰ 5 ਤੇ ਇੱਕ ਚੌਥਾ ਅੱਤਵਾਦੀ ਮਾਰਿਆ ਗਿਆ ਹੈ। ਤਸਵੀਰ ਵਿੱਚ ਉਸ ਦੀ ਲਾਸ਼ ਵੀ ਦਿਖਾਈ ਗਈ ਹੈ, ਪਰ FIR ਦੇ 11 ਨੰਬਰ ਕਾਲਮ ਵਿੱਚ ਮਰੇ ਹੋਏ ਬਾਰੇ ਖਾਲੀ ਲਿਖਿਆ ਹੈ, ਭਾਵ ਕੋਈ ਮੌਤ ਨਹੀਂ ਹੋਈ। ਇਹ ਕਹਾਣੀ ਤਾਂ ਰਾਜਸਥਾਨ ਪੁਲਿਸ ਵੱਲੋਂ BSF ਨਾਲ ਮਿਲ ਕੇ ਪੰਜਾਬ ਦੇ 4 ਸਿੱਖ ਗੱਭਰੂਆਂ ਬਾਰੇ ਘੜੀ ਗਈ। ਤਿੰਨਾਂ ਸਿੰਘਾਂ ਨੂੰ ਗੰਗਾ ਨਗਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤੇ ਚੌਥੇ ਸਿੰਘ ਦੀ ਲਾਸ਼ ਲਾਵਾਰਸ ਕਰਾਰ ਦੇ ਕੇ ਸਾੜ ਦਿੱਤੀ ਗਈ। ਹੁਣ ਪੰਜਾਬ ਪੁਲਿਸ ਵੱਲੋਂ ਆਪਣਾ ਬਹਾਦਰਪੁਣਾ ਦਿਖਾਉਣਾ ਆਰੰਭ ਕੀਤਾ ਗਿਆ। ਰਾਜਸਥਾਨ ਪੁਲਿਸ ਵੱਲੋਂ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਪੰਜਾਬ ਦੇ ਅੱਤਵਾਦੀਆਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਤਿੰਨੋਂ ਹੀ ਸਿੰਘਾਂ ਨਾਲ ਸੰਬੰਧਿਤ ਪੁਲਿਸ ਥਾਣਿਆਂ ਵੱਲੋਂ 3 ਟੀਮਾਂ ਉਹਨਾਂ ਨੂੰ ਫਰਜ਼ੀ ਕੇਸਾਂ ਹੇਠ ਪ੍ਰੋਡਕਸ਼ਨ ਵਾਰੰਟਾਂ ਲਈ ਲੈਣ ਰਾਜਸਥਾਨ ਚਲੀਆਂ ਗਈਆਂ। ਭਾਈ ਬਚਿੱਤਰ ਸਿੰਘ ਬੱਬਰ ਨੂੰ ਮਾਨਸਾ CI ਦੇ ਸਟਾਫ ਵੱਲੋਂ ਲਿਖੀ ਮਿਤੀ 9/12/1991 ਨੂੰ ਗੰਗਾ ਨਗਰ ਜੇਲ੍ਹ ਵਿੱਚ ਲਿਆ ਕੇ ਲੰਮੇ ਤਸ਼ੱਦਦ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ। ਭਾਈ ਮਲਕੀਤ ਸਿੰਘ ਬੱਬਰ ਨੂੰ ਨਹੀਆਂ ਵਾਲਾ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟਾਂ 'ਤੇ ਲਿਆ ਕੇ 5 ਦਿਨਾਂ ਦਾ ਪੁਲਿਸੀ ਰਿਮਾਂਡ ਲਿਆ ਗਿਆ, ਪਰ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਅਤੇ ਸਾਥੀਆਂ ਵੱਲੋਂ ਪੁਲਿਸ ਉੱਪਰ ਦਬਾਅ ਬਣਾ ਲਿਆ ਗਿਆ, ਜਿਸ ਕਾਰਨ ਨਈਆਂ ਵਾਲਿਆਂ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਭਾਈ ਸੁਰਜਣ ਸਿੰਘ ਬੱਬਰ ਸੁਖਨਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਕੋਟ ਭਾਈ ਪੁਲਿਸ ਸਟਾਫ ਵਾਲੇ ਲੈ ਕੇ ਆਏ ਸਨ। ਪੁਲਿਸ ਦੇ ਕਈ ਮੁਲਾਜ਼ਮਾਂ ਅਤੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਭਾਈ ਸੁਰਜਣ ਸਿੰਘ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਸੀ। ਕਿਸੇ ਬਚਨ ਸਿੰਘ ਨਾਮ ਦੇ ਪੁਲਿਸ ਅਫਸਰ ਨੇ ਇਸ ਸਿੰਘ ਦੀ ਦਰਿੰਦਗੀ ਦਾ ਉਹ ਨੰਗਾ ਨਾਚ ਕੀਤਾ, ਜਿਸ ਕਾਰਨ ਮੁਲਾਜ਼ਮਾਂ ਵਿੱਚ ਵੀ ਬਾਗੀ ਸੁਰ ਉੱਭਰ ਰਹੀ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮਲਕੀਤ ਸਿੰਘ ਨੂੰ ਦੁਬਾਰਾ ਜੇਲ੍ਹ ਛੱਡ ਆਏ ਹਨ ਤਾਂ ਦੋਹਾਂ ਪੁਲਿਸ ਥਾਣਿਆਂ ਵਿਚਕਾਰ ਤੂੰ ਮੈਂ ਵੀ ਹੋਈ। ਇੱਕ ਦੂਜੇ 'ਤੇ ਡਰਪੋਕ ਖਾੜਕੂਆਂ ਨਾਲ ਮਿਲੇ ਹੋਏ ਆਦਿ ਦੇ ਦੋਸ਼ ਵੀ ਲਾਏ ਗਏ। ਜਿਸ ਦੇ ਮੂੰਹ ਨੂੰ ਲਹੂ ਲੱਗਾ ਹੋਵੇ ਉਹ ਕਿੱਥੇ ਰੁਕ ਸਕਦੇ ਹਨ। ਫਿਰ ਕੋਟਭਾਈ ਪੁਲਿਸ ਸਟਾਫ ਵਾਲਿਆਂ ਨੇ ਇੱਕ ਹੋਰ ਫਰਜ਼ੀ ਕੇਸ ਵਿੱਚ ਭਾਈ ਮਲਕੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਰਿਮਾਂਡ ਦੇ ਕੇ ਲੈ ਆਂਦਾ, ਜਿਸ ਬਾਰੇ ਘਰਦਿਆਂ ਨੂੰ ਜਾਂ ਕਿਸੇ ਸੰਗੀ ਸਾਥੀ ਨੂੰ ਕੁਝ ਵੀ ਪਤਾ ਨਹੀਂ ਸੀ। ਕੋਟਭਾਈ ਪੁਲਿਸ ਸਟਾਫ ਅੰਦਰ
ਭਾਈ ਮਲਕੀਤ ਸਿੰਘ ਬੱਬਰ ਦਾ ਇੱਕ ਇੱਕ ਪਲ ਜ਼ੁਲਮਾਂ ਦੇ ਅੱਤ ਵਿੱਚੋਂ ਲੰਘ ਰਿਹਾ ਸੀ। ਉਹਨਾਂ ਨੂੰ ਪਤਾ ਲੱਗਾ ਸੀ ਕਿ ਹੁਣ ਇਹਨਾਂ ਬੁੱਚੜਾਂ ਨੇ ਉਹਨਾਂ ਨੂੰ ਜਿੰਦਾ ਤਾਂ ਛੱਡਣਾ ਨਹੀਂ ਹੈ। ਇਸ ਲਈ ਉਹਨਾਂ ਪੁਲਿਸ ਦੀ ਹਿਰਾਸਤ ਵਿੱਚੋਂ ਖਿਸਕਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ, ਜਿਸ ਕਾਰਨ ਸਖਤੀ ਅਤੇ ਤਸ਼ੱਦਦ ਹੋਰ ਵੀ ਵੱਧ ਗਿਆ। ਪੁਲਿਸ ਵੱਲੋਂ ਤਸ਼ੱਦਦ ਦਾ ਹਰਬਾ ਵਰਤਣ ਤੋਂ ਬਾਅਦ ਉਹਨਾਂ ਦੀਆਂ ਬਾਹਾਂ ਨੂੰ ਪਿੱਠ ਪਿੱਛੇ ਬੰਨ੍ਹ ਕੇ ਗੰਦਗੀ ਲੈਟਰੀਨ ਵਾਲੇ ਟੋਏ ਵਿੱਚ ਲਮਕਾ ਦਿੱਤਾ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਜਦੋਂ ਬਾਹਰ ਕੱਢ ਕੇ ਸੁੱਟ ਦਿੱਤਾ ਗਿਆ ਤਾਂ ਦੂਰੋਂ ਹੀ ਪਾਣੀ ਦੀਆਂ ਬਾਲਟੀਆਂ ਪਾ ਕੇ ਕੁਝ ਗੰਦਗੀ ਉਤਾਰੀ ਗਈ, ਪਰ ਫਿਰ ਲੋਹੇ ਦੀ ਇੱਕ ਰਾੜ ਨਾਲ ਗੋਡੇ ਕੋਲੋਂ ਲੱਤ ਭੰਨ ਦਿੱਤੀ ਗਈ ਤਾਂ ਕਿ ਉਹ ਤੁਰ ਨਾ ਸਕੇ। ਭਾਈ ਸੁਰਜਨ ਸਿੰਘ ਪਹਿਲਾਂ ਹੀ ਉਹਨਾਂ ਦੀ ਹਿਰਾਸਤ ਵਿੱਚ ਸੀ, ਜਿਨ੍ਹਾਂ ਨੇ ਕਹਿਰਾਂ ਦਾ ਵਕਤ ਝੱਲਿਆ ਸੀ। ਦੋਹੇਂ ਹੀ ਸਿੰਘਾਂ ਨੂੰ ਨਵੇਂ ਸਾਲ 1992 ਦੀ ਪਹਿਲੀ ਰਾਤ ਦੀਆਂ ਆਖਰੀ ਘੜੀਆਂ ਲੰਘਦੇ ਹੀ ਕੋਟ ਭਾਈ ਸਟਾਫ ਵੱਲੋਂ ਸ਼ਹੀਦ ਕਰਕੇ ਨਵੇਂ ਸਾਲ ਦੇ ਜਸ਼ਨਾਂ ਵਿੱਚ ਹਿੱਸਾ ਪਾਇਆ ਗਿਆ, ਪਰ ਇਹਨਾਂ ਦੀ ਮੌਤ ਨੂੰ ਇੱਕ ਭੇਦ ਬਣਾਈ ਰੱਖਿਆ ਗਿਆ। ਪੁਲਿਸ ਮੁਕਾਬਲੇ ਦੇ ਅੰਤਲੇ ਸੀਨ ਤਹਿਤ ਦੋਹਾਂ ਸਿੰਘਾਂ ਦੀਆਂ ਲੋਥਾਂ ਨੂੰ ਪਿੰਡ ਭਲਾਈਆਣੇ ਦੇ ਨੇੜੇ ਸੇਮ ਨਾਲੇ ਦੇ ਪੁਲ 'ਤੇ ਲਿਜਾ ਕੇ ਸੁੱਟ ਦਿੱਤਾ ਗਿਆ। ਜ਼ਾਲਮ ਧਾੜਾਂ ਨੇ ਬੱਬਰਾਂ ਨੂੰ ਗੋਲੀਆਂ ਦੀ ਅੰਤਮ ਸਲਾਮੀ ਦਿੱਤੀ। ਭਾਈ ਮਲਕੀਤ ਸਿੰਘ ਬੱਬਰ ਦੀ ਪੋਸਟਮਾਰਟਮ ਰਿਪੋਰਟ, ਜੋ ਕਿ ਮੈਡੀਕਲ ਕਾਲਜ ਦੇ ਦਲਾਲ ਡਾਕਟਰ ਤੋਂ ਪੁਲਿਸ ਨੇ ਮਨਮਰਜ਼ੀ ਨਾਲ ਲਿਖਵਾਈ ਸੀ, ਉਸ ਰਿਪੋਰਟ ਵਿੱਚ ਭਾਈ ਸਾਹਿਬ 'ਤੇ 7 ਗੋਲੀਆਂ ਲੱਗੀਆਂ ਹੋਈਆਂ ਸਨ। ਭਾਈ ਸਾਹਿਬ ਦੀ ਲਾਸ਼ ਨੂੰ ਹਵਾਲਦਾਰ ਰੇਸ਼ਮ ਸਿੰਘ ਨੰਬਰ 1181 ਅਤੇ ਸਿਪਾਹੀ ਚਮਕੌਰ ਸਿੰਘ ਨੰਬਰ 1845 ਵੱਲੋਂ ਪੋਸਟਮਾਰਟਮ ਲਈ 11 ਵਜੇ ਸਵੇਰੇ ਲਿਆਂਦਾ ਗਿਆ ਲਿਖਿਆ ਗਿਆ ਹੈ। ਡਾਕਟਰ ਨੇ ਲਿਖਿਆ ਹੈ ਕਿ ਮਲਕੀਤ ਸਿੰਘ ਉਰਫ ਭੋਲਾ ਉਰਫ ਵਿਧਾਵਾ ਬੱਬਰ ਪੁੱਤਰ ਮੇਹਰ ਸਿੰਘ ਜੱਟ ਸਿੱਖ ਥਾਣਾ ਕੋਟ ਭਾਈ ਦਾ ਪੋਸਟਮਾਰਟਮ 12:30 ਵਜੇ 12:50 ਤੇ ਸ਼ਾਮ 7/1/1992 ਨੂੰ ਕੀਤਾ। ਹਿੰਦੁਸਤਾਨ ਦੇ ਵਿਧਾਨ ਅੰਦਰ ਸਿੱਖਾਂ ਲਈ ਕੋਈ ਵੀ ਕਾਨੂੰਨ ਨਹੀਂ ਹੈ, ਕੋਈ ਜੇਲ੍ਹ, ਕੋਈ ਅਦਾਲਤ ਨਹੀਂ ਹੈ। ਪੁਲਿਸ ਕਹਿੰਦੀ ਹੈ ਪਾਕਿਸਤਾਨ ਤੋਂ ਵਧਾਵਾ ਸਿੰਘ ਬੱਬਰ ਨੇ ਬਹੁਤ ਵੱਡੇ ਹਥਿਆਰਾਂ ਦੀ ਖੇਪ 7/11/1991 ਨੂੰ ਪ੍ਰਿਥਵੀਸਰ ਪੋਸਟ ਨੰਬਰ 5 ਰਾਹੀਂ ਪੰਜਾਬ ਦੇ ਅੱਤਵਾਦੀਆਂ ਨੂੰ ਘੱਲੀ ਹੈ। ਫਿਰ ਪੁਲਿਸ ਅਤੇ BSF ਵੱਲੋਂ 14/11/1991 ਨੂੰ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਨੂੰ ਇੱਕ ਲਾਸ਼ ਦਿਖਾਈ ਜਾਂਦੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਇਹ ਅਣਪਛਾਤੀ ਹੈ। ਰੋਜ਼ਾਨਾ ਜਗਬਾਣੀ ਦੇ ਅਖਬਾਰ ਵਿੱਚ 15/11/1991 ਨੂੰ ਇਹਨਾਂ ਸਿੰਘਾਂ ਦੀ ਗ੍ਰਿਫਤਾਰੀ ਬਾਰੇ ਖਬਰ ਵੀ ਛਪ ਜਾਂਦੀ ਹੈ। ਤਿੰਨਾਂ ਸਿੰਘਾਂ ਭਾਈ ਮਲਕੀਤ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਸੁਰਜਨ ਸਿੰਘ ਨੂੰ ਦਿਖਾਇਆ ਜਾਂਦਾ ਹੈ। ਮੇਜ਼ ਉੱਪਰ ਹਥਿਆਰ ਦਿਖਾਏ ਜਾਂਦੇ ਹਨ ਜੋ ਦੇਸੀ ਹਨ ਅਤੇ 12 ਬੋਰ ਦੀਆਂ ਬੰਦੂਕਾਂ ਹਨ। ਫਿਰ ਰਾਜਸਥਾਨ ਦੀ ਗੰਗਾ ਨਗਰ ਜੇਲ੍ਹ ਵਿੱਚੋਂ ਲਿਆ ਕੇ ਇਹਨਾਂ ਤਿੰਨਾਂ ਨੂੰ ਪੰਜਾਬ ਪੁਲਿਸ ਕਹਿਰਾਂ ਦੇ ਜ਼ੁਲਮ ਨਾਲ ਮਾਰ ਦਿੰਦੀ ਹੈ। ਕੀ ਇਹ ਦੇਸੀ ਹਥਿਆਰ ਬਾਹਰੋਂ ਆਉਂਦੇ ਹਨ ਜਾਂ ਕੀ ਪੁਲਿਸ ਵੱਲੋਂ ਆਪ ਬਣਾ ਕੇ ਇਹ ਹਥਿਆਰ ਬਰਾਮਦਗੀ ਦੇ ਡਰਾਮੇ ਨਹੀਂ ਖੇਡੇ ਜਾਂਦੇ? ਕੀ ਮੁਕਾਬਲਿਆਂ ਵਿੱਚ ਪੁਲਿਸ ਵਾਲਿਆਂ ਦੇ ਗੋਲੀ ਨਹੀਂ ਵੱਜਦੀ? ਭਾਈ ਮਲਕੀਤ ਸਿੰਘ ਦੇ ਪਰਿਵਾਰ ਵੱਲੋਂ ਪੰਜਾਬ ਦੀ ਹਾਈ ਕੋਰਟ ਕੋਲ ਫਰਿਆਦ ਕੀਤੀ ਗਈ ਹੈ। ਚੋਟੀ ਦੇ ਵਕੀਲ ਰੰਜਨ ਲਖਨਪਾਲ, ਅਤੁਲ ਲਖਨਪਾਲ, ਸ਼ਾਮੀ ਖਾਨ, ਅਸ਼ਵਨੀ ਵਰਮਾ ਕੇਸ ਲਈ ਕੁਝ ਦਿਨ ਪੇਸ਼ ਹੁੰਦੇ ਹਨ। ਫਿਰ ਇਹ ਸਾਰੀ ਕਹਾਣੀ, ਸਾਰੀ ਹਮਦਰਦੀ, ਸਾਰੇ ਕਾਨੂੰਨ ਰੱਖਿਅਕ ਲੋਕਤੰਤਰ ਦੀਆਂ ਨੀਹਾਂ ਵਿੱਚ ਕੈਦ ਹੋ ਜਾਂਦੇ ਹਨ। ਪੁਲਿਸ ਅਫਸਰਾਂ ਦੇ ਕੰਧਿਆਂ 'ਤੇ ਸਟਾਰ ਬਦਲਦੇ ਪੱਗਾਂ ਤੇ ਤ੍ਰੈਮੂਰਤੀਆਂ ਤੱਕ ਚਲੇ ਜਾਂਦੇ ਹਨ। ਭਾਈ ਮਲਕੀਤ ਸਿੰਘ ਹੋਰਾਂ ਦਾ ਚੌਥਾ ਸਾਥੀ ਡਾਕਟਰ ਅਮਰਜੀਤ ਸਿੰਘ ਸੁਖਨਾ ਕਿੱਥੇ ਲਿਵਾਰਸ ਸਾੜ ਦਿੱਤਾ ਜਾਂਦਾ ਹੈ, ਕੋਈ ਪਤਾ ਨਹੀਂ। ਪਰਿਵਾਰਾਂ ਵੱਲੋਂ ਸੱਥਰਾਂ ਦੀਆਂ ਸੱਧਰਾਂ ਹਨ, ਹੌਂਕੇ ਹਨ, ਧਰਵਾਸਾਂ ਦੀਆਂ ਉਡੀਕਾਂ ਹਨ। ਸ਼ਹੀਦ ਪਰਿਵਾਰਾਂ ਦੀਆਂ ਛਾਤੀਆਂ ਵਿੱਚ ਅੱਜ ਵੀ ਆਜ਼ਾਦੀ ਦੀਆਂ ਤਾਂਘਾਂ ਹਨ, ਆਪਣਿਆਂ ਵੱਲੋਂ ਕੀਤੀਆਂ ਬੇਵਫਾਈਆਂ ਲਈ ਗੁੱਸੇ ਹਨ। ਕੀ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ, ਸ਼ਹੀਦ ਭਾਈ ਬਚਿੱਤਰ ਸਿੰਘ ਬੱਬਰ, ਸ਼ਹੀਦ ਭਾਈ ਸੁਰਜਨ ਸਿੰਘ ਬੱਬਰ, ਸ਼ਹੀਦ ਭਾਈ ਡਾਕਟਰ ਅਮਰਜੀਤ ਸਿੰਘ ਬੱਬਰ ਹੋਰਾਂ ਦੀ ਸ਼ਹਾਦਤ ਭਾਰਤੀ ਕਾਨੂੰਨ ਨੂੰ ਇੱਕ ਸਵਾਲ ਨਹੀਂ? ਇਹ ਕਹਿਰਾਂ ਦੇ ਜ਼ੁਲਮਾਂ ਭਰੇ ਦਿਨ ਕਿੰਨੇ ਦਿਨ ਚੱਲਣਗੇ? ਕੌਮ ਇਹਨਾਂ ਯੋਧਿਆਂ ਨੂੰ ਨਤਮਸਤਕ ਹੁੰਦੀ ਹੋਈ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ। ਪਿੰਡ ਦਾਨ ਸਿੰਘ ਵਾਲਾ ਦੀ ਲਾਵਾਸ ਸੜੀ ਜਵਾਨੀ ਦੀ
ਕਹਾਣੀ ਹੋਰ ਵੀ ਦਰਦਨਾਕ ਹੈ। ਇਸ ਦੀ ਪਿੰਡ ਦੇ 4 ਨੌਜਵਾਨਾਂ ਸੋਹਣ ਸਿੰਘ ਪੁੱਤਰ ਫੂਲਾ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ, ਨਹਿਰੂ ਸਿੰਘ ਨੂੰ ਜੈਤੋ ਦੀ ਪੁਲਿਸ ਨੇ ਭਾਈ ਲਾਭ ਸਿੰਘ ਮਹਿਮੇਵਾਲੇ ਦੀ ਪਨਾਹ ਵਿੱਚ 29/1/1993 ਦੀ ਸਵੇਰ ਸਾਰਿਆਂ ਨੂੰ ਘਰੇ ਕੰਮ ਕਰਦਿਆਂ ਨੂੰ ਚੁੱਕਿਆ ਸੀ। ਪਿੰਡ ਦੀ ਪੰਚਾਇਤ ਮਗਰ ਗਈ, ਸਾਰੇ ਮੁੰਡਿਆਂ ਨੂੰ ਜੈਤੋ ਦੇ ਥਾਣੇ ਵਿੱਚ ਮਿਲ ਕੇ ਆਈ। ਜਦੋਂ ਅਗਲੇ ਦਿਨ ਫਿਰ ਪੰਚਾਇਤ ਥਾਣੇ ਮੁੰਡਿਆਂ ਦੇ ਫੜੇ ਜਾਣ ਦੇ ਸੰਬੰਧ ਵਿੱਚ ਗਈ ਤਾਂ ਜੈਤੋ ਥਾਣੇ ਦੇ SHO ਨੇ ਸਾਰੀ ਪੰਚਾਇਤ ਨੂੰ ਥਾਣੇ ਦੇ ਵਿਹੜੇ ਵਿੱਚ ਲੰਮੇ ਪਾ ਕੇ ਰੋੜਿਆ, ਇੱਕ ਦੂਜੇ ਦੇ ਚਪੇੜਾਂ ਮਰਵਾਈਆਂ, ਇੱਕ ਦੂਜੇ ਦੇ ਉੱਪਰ ਮਿੱਟੀ ਪਵਾਈ। ਲੋਕਤੰਤਰੀ ਢਾਂਚੇ ਅਨੁਸਾਰ ਚੁਣੀ ਹੋਈ ਪੰਚਾਇਤ ਲੋਕਤੰਤਰੀ ਦੇਸ਼ ਅੰਦਰ ਜਲੀਲ ਹੋ ਕੇ ਮੁੜ ਆਈ। ਚਾਰੇ ਮੁੰਡਿਆਂ ਤੇ ਬੇਪਨਾਹ ਤਸ਼ੱਦਦ ਲਗਾਤਾਰ ਹੁੰਦਾ ਰਿਹਾ। ਜਦ ਸਾਰਿਆਂ ਦੀ ਹਾਲਤ ਖਰਾਬ ਹੋ ਗਈ ਤਾਂ 26/2/1993 ਨੂੰ ਦੀ ਰਾਤ ਨੂੰ ਸੇਮ ਨਾਲੇ ਦੇ ਨਾਲ ਦੀ ਲੰਘਦੀ ਸੜਕ 'ਤੇ ਸੁੱਟ ਕੇ ਉੱਪਰ ਦੀ ਕੈਂਟਰ ਲੰਘਾ ਦਿੱਤਾ। ਚਿਹਰਿਆਂ ਨੂੰ ਬੇਪਹਿਚਾਨੇ ਕਰਕੇ ਗੋਲੀਆਂ ਮਾਰ ਕੇ ਫਰਜ਼ੀ ਮੁਕਾਬਲਾ ਦਿਖਾ ਦਿੱਤਾ। ਪਤਾ ਨਹੀਂ ਕਿਹੜੇ ਲਵਾਰਸ ਸੀਮਿਆਂ ਵਿੱਚ ਉਹ ਸਾੜ ਦਿੱਤੇ ਗਏ। ਚਾਰੇ ਮੁੰਡਿਆਂ ਦੇ ਪਰਿਵਾਰਾਂ ਵੱਲੋਂ ਇਨਸਾਫ ਲਈ ਪੰਜਾਬ ਸਰਕਾਰ ਕੋਲ ਫਰਿਆਦ ਕੀਤੀ ਗਈ। ਪੰਜਾਬ ਹਾਈ ਕੋਰਟ ਵਿੱਚ ਵੀ ਅਪੀਲ ਕੀਤੀ ਗਈ, ਪਰ ਕਿਤੋਂ ਇਨਸਾਫ ਨਹੀਂ ਮਿਲਿਆ ਤਾਂ ਚਾਰੇ ਪਰਿਵਾਰ ਪਿੰਡ ਦਾਨ ਸਿੰਘ ਵਾਲਾ ਤੋਂ ਚੰਡੀਗੜ੍ਹ ਤੱਕ ਦੀਆਂ ਸੜਕਾਂ ਨਾਪ ਕੇ ਹਾਰ ਗਏ। ਚਾਰੇ ਘਰਾਂ ਦੇ ਵਰਲਾਪੇ ਸਰਾਪੇ ਚਿਹਰੇ ਨਮੋਸ਼ ਹੋ ਸਬਰਾਂ ਦੀਆਂ ਘੁੱਟਾਂ ਭਰੀ ਬੈਠੇ ਹਨ। ਚਾਰੇ ਘਰਾਂ ਦੇ ਪਰਿਵਾਰਾਂ ਤੋਂ ਉਹਨਾਂ ਨੌਜਵਾਨਾਂ ਦੀਆਂ ਤਸਵੀਰਾਂ, ਕੋਈ ਯਾਦਗਾਰੀ, ਪੁਰਾਣੀਆਂ ਨਿਸ਼ਾਨੀਆਂ ਮੰਗੀਆਂ। ਦੇਖਣੀਆਂ ਚਾਹੀਆਂ ਤਾਂ ਆਖਰੀ ਸਾਹਾਂ ਦੀ ਦਹਿਲੀਜ਼ 'ਤੇ ਕੁੱਬੇ ਹੋਏ ਪਰਿਵਾਰ ਹੱਥਾਂ ਨਾਲ ਹੀ ਉਹਨਾਂ ਦੇ ਝੋਲੇ ਬਣਾ ਕੇ ਦੱਸਦੇ ਰਹੇ, ਇਹੋ ਜਿਹਾ ਹੀ ਸੀ ਮੇਰਾ ਸੋਹਣ। ਜਿਸ ਦਿਨ ਨਹਿਰੂ ਨੂੰ ਚੁੱਕ ਕੇ ਲੈ ਗਏ ਉਦੋਂ ਉਹ ਪੱਠੇ ਪਾਈ ਜਾਂਦਾ ਸੀ। ਖੁਰਲੀ ਕੋਲ ਹੀ ਉਹਨਾਂ ਨੇ ਟੋਕਰਾ ਰੱਖ ਦਿੱਤਾ ਸੀ। ਜਦੋਂ ਪੁਲਿਸ ਚੁੱਕ ਕੇ ਲੈ ਗਈ ਕੁਲਦੀਪ ਸਿੰਘ ਦੀ ਬਿਰਧ ਮਾਤਾ ਤਾਂ ਦੋਹਾਂ ਹੱਥਾਂ ਨਾਲ ਪਿੱਟਣ ਹੀ ਲੱਗ ਪਈ। ਪੁੱਤਾਂ ਖਾਣੀਆਂ ਇਹੋ ਜਿਹੀਆਂ ਸਰਕਾਰਾਂ ਦਾ ਕੱਖ ਨਾ ਰਹੇ ਵੇ ਡਾਢਿਆ, ਕੱਖ ਨਾ ਰਹੇ। ਉੱਠੋ ਵੇ ਦਰਦਾਂ ਵਾਲਿਓ, ਕੋਈ ਦਰਦ ਸੁਣਾਈਏ। ਬੁੱਝ ਗਏ ਦੀਵੇ ਸੀਵਿਆਂ ਦੇ, ਆਓ ਬੱਤੀ ਲਾਈਏ। ਗੁਲਾਮੀ ਜੰਮੀ ਵਿਹੜਿਆਂ, ਇਸ ਦੀ ਅਲਖ ਮੁਕਾਈਏ। ਆਜ਼ਾਦੀ ਆਜ਼ਾਦੀ ਕੂਕਦੇ, ਆਓ ਆਜ਼ਾਦੀ ਵਿਹਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਿਆ ਤੁਸਾਂ ਸਾਰਾ ਸਭ ਕੁਝ ਆ ਗਿਆ, ਕੁਛ ਕੋਈ ਬਾਕੀ ਨਹੀਂ ਰਹੀ ਗੱਲ। ਔਰ ਬੜੇ ਜਜ਼ਬਾਤੀ ਹੋ ਕੇ ਔਰ ਅੰਦਰਲੇ ਬਲਬਲੇ ਇਸ ਬੱਚੀ ਦੇ ਭਾਈ ਸ਼ਹੀਦ ਭਾਈ ਮਲਕੀਤ ਸਿੰਘ ਦੀ ਨੂੰਹ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਆ ਰਹੇ ਸੀ ਜਦੋਂ ਇਹ ਪੜ੍ਹ ਰਹੇ ਸੀ। ਤੁਸੀਂ ਵੀ ਦੇਖ ਰਹੇ ਸੀ, ਮੈਂ ਵੀ ਉਹ ਸਾਰਾ ਕੁਝ ਦੇਖ ਰਿਹਾ ਸੀ, ਪਰ ਮੈਂ ਰੋਕਿਆ ਨਹੀਂ ਵਿੱਚੋਂ, ਇਸ ਕਰਕੇ ਤਾਂ ਕਿ ਇਹ ਜਿਹੜੀ ਗੱਲ ਹੈ, ਇਸ ਪਰਿਵਾਰ ਦੀ ਜਿਹੜੀ ਹਿਸਟਰੀ ਹੈ, ਇਸ ਪਰਿਵਾਰ ਦੀ ਦਾਸਤਾਨ ਹੈ, ਉਹ ਤੁਹਾਡੇ ਤੱਕ ਇੰਨ ਬਿਨ ਪਹੁੰਚੇ। ਜਿਵੇਂ ਭਾਈ ਕਮਲਜੀਤ ਸਿੰਘ ਜੀ ਸਿੱਖਾਂ ਵਾਲਿਆਂ ਨੇ ਜਿਹੜੀ ਪੁਸਤਕ ਲਿਖੀ, ਉਹਦੇ 82-83 ਪੰਨੇ ਤੋਂ ਇਹ ਸ਼ੁਰੂ ਹੋ ਜਾਂਦਾ ਹੈ ਇਸ ਪਰਿਵਾਰ ਦਾ ਇਤਿਹਾਸ। ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੀ ਇਹ ਜਿਹੜੀ ਜੀਵਨੀ ਹੈ, ਸੋ ਤੁਹਾਡੇ ਉੱਪਰ ਵੀ ਮਾਣ ਹੈ ਪੰਥ ਨੂੰ ਕਿ ਅੱਜ ਇਸ ਪਰਿਵਾਰ ਦੀ ਨੂੰਹ ਔਰ ਸ਼ਹੀਦ ਭਾਈ ਮਲਕੀਤ ਸਿੰਘ ਜੀ ਦੀ ਨੂੰਹ ਅਤੇ ਸਰਦਾਰ ਭਾਈ ਦਾਨ ਸਿੰਘ ਜਿਹੜੇ ਬਰਾੜ ਹੋਏ ਨੇ, ਗੁਰੂ ਕਲਗੀਧਰ ਪਾਤਸ਼ਾਹ ਦੇ ਸਿੱਖ, ਉਹਨਾਂ ਦੀ ਜਿਹੜੀ ਇਹ ਪੀੜ੍ਹੀ ਹੈ ਅਤੇ ਉਸ ਪੀੜ੍ਹੀ ਦੇ ਵਿੱਚੋਂ ਜਿਹੜੀ ਇਹ ਨੂੰਹ ਹੈ, ਜਿਹਨੇ 10ਵੀਂ ਪੀੜ੍ਹੀ ਵੀ ਜਿਹੜੀ ਹੈ ਅੱਗੇ ਤੋਰੀ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ। ਸੋ ਤੁਹਾਡੇ 'ਤੇ ਮਾਣ ਹੈ, ਪੰਥ ਨੂੰ ਫਖਰ ਹੈ, ਸਾਰੀਆਂ ਸੰਸਥਾਵਾਂ ਨੂੰ, ਔਰ ਸਿਰ ਝੁਕਦਾ ਹੈ ਤੁਹਾਡੇ ਪਰਿਵਾਰ ਦੇ ਅੱਗੇ। ਸੋ ਆਓ ਤੁਹਾਨੂੰ ਭਾਈ ਮਲਕੀਤ ਸਿੰਘ, ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੇ ਜਿਹੜੇ ਭੈਣ ਜੀ ਨੇ, ਉਹਨਾਂ ਦੇ ਨਾਲ ਵੀ ਮਿਲਾਉਂਦੇ ਆ, ਉਹਨਾਂ ਦੇ ਵੀ ਦਰਸ਼ਨ ਕਰਾਉਂਦੇ ਆ, ਔਰ ਇਸ ਭਾਈ ਦਾਨ ਸਿੰਘ ਜੀ ਦੀ ਜਿਹੜੀ 10ਵੀਂ ਪੀੜ੍ਹੀ ਹੈ ਉਹਦੇ ਵੀ ਤੁਹਾਨੂੰ ਹੁਣ ਦਰਸ਼ਨ ਕਰਾਉਂਦੇ ਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਜਾਇਓ ਅਤੇ ਉਹਨੂੰ ਫਿਰ ਬੇਟੇ ਨੂੰ ਲੈ ਕੇ ਆਇਓ। ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੇ ਸਤਿਕਾਰਯੋਗ ਭੈਣ ਜੀ, ਭੈਣ ਜੀ ਤੁਹਾਡਾ ਨਾਮ ਕੀ ਹੈ? ਅੰਗਰੇਜ਼ ਕੌਰ। ਅੰਗਰੇਜ਼ ਕੌਰ। ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦੀ ਜਿਹੜੀ ਭੈਣ ਹੈ, ਇਹਨਾਂ ਦਾ ਨਾਮ ਹੈ ਬੀਬੀ ਅੰਗਰੇਜ਼ ਕੌਰ, ਭੈਣ ਅੰਗਰੇਜ਼ ਕੌਰ ਜੀ।
ਕੁਛ ਮਲਕੀਤ ਸਿੰਘ ਬਾਰੇ ਕੁਛ ਕਹਿਣਾ ਚਾਹੋਗੇ? ਨਹੀਂ, ਮੈਂ ਨਹੀਂ ਕੁਝ ਵੀ ਕਹਿਣਾ। ਸਮਝ ਸਕਦੇ ਹੋ ਤੁਸੀਂ ਭੈਣ ਦਾ ਦਰਦ, ਭੈਣ ਦਾ ਦੁਖਾਂਤ, ਆਹ ਕੁਛ ਹੈ ਸ਼ਹੀਦ ਪਰਿਵਾਰਾਂ ਦਾ ਜਿਹੜਾ ਦਰਦ ਹੈ, ਦੁੱਖ ਹੈ। ਹਮ। ਇੰਨਾ ਹੀ ਬਹੁਤ ਹੈ, ਇਹਦੇ ਵਿੱਚ ਹੀ ਸਾਰਾ ਕੁਝ ਕਹਿ ਗਏ ਭੈਣ ਜੀ। ਹਰ ਦੁੱਖ, ਹਰ ਦਰਦ ਇਹਦੇ ਵਿੱਚ ਹੀ ਬਿਆਨ ਹੋ ਗਿਆ। ਅੱਗੇ ਠੀਕ ਰਹੇ, ਤੰਦਰੁਸਤੀ ਦੇਵੇ ਉਹਦੇ ਪਰਿਵਾਰ ਨੂੰ ਮਹਾਰਾਜ, ਉਹਦਾ ਪਰਿਵਾਰ ਠੀਕ ਰਵੇ, ਹੋਰ ਕੀ ਚਾਹੀਦਾ। ਤੁਰੇ ਫਿਰਾਂਗੇ ਆਪ ਹੀ। ਸੋ ਆਓ ਮੈਂ ਤਾਂ ਵੇਖ ਕੇ ਆਈ ਸਾਂ ਭਰਾ ਨੂੰ ਗੰਗਾ ਨਗਰ ਬਰਫ ਮੁਲਾਕਾਤ ਕਰਕੇ ਆਈ ਸਾਂ ਉਹਦੇ ਭਰਾ ਦੀ। ਨਾਲ ਦੀ ਨਾਲ ਉਹਨੂੰ ਅੱਜ ਦੇ ਘਰ ਨਹੀਂ ਸੀ ਆਪਣੇ, ਤੇ ਭਾਈ ਕੋਟ ਵਾਲੇ ਲੈ ਆਏ ਸਨ। ਪਤਾ ਨਹੀਂ ਲੱਗਿਆ। ਨਾਲ ਦੀ ਨਾਲ ਲੈ ਆਏ। ਤਰਲੇ ਲੈਂਦੀ ਤੁਰੀ ਫਿਰੀ, ਤੁਰੇ ਫਿਰੇ, ਕੋਈ ਪਤਾ ਨਹੀਂ ਲੱਗਿਆ। ਪਤਾ ਉਦੋਂ ਨਹੀਂ ਲੱਗਿਆ ਜਿੱਦਣ ਅਖਬਾਰ ਤੇ ਆ ਗਿਆ। ਆਪਣਾ ਆ ਕੇ ਤੁਰ ਗਏ। ਲਕੀਤ ਭਾਈ ਤੇ ਮਿਲਿਆ ਹੀ ਨਾ ਵੀਰ। ਜੋ ਕੁਝ ਖਾਣ ਪੀਣ ਨੂੰ ਲਗਾਏ ਉੱਥੇ ਟੰਗ ਕੇ ਤੇ ਉੱਥੇ ਹੀ ਗੰਗਾ ਨਗਰ ਹੀ ਆ ਗਿਆ। ਉਵੇਂ ਜਿਵੇਂ ਦੋ ਜਣੇ ਹੋਰ ਸੀ, ਸਰਪੰਚ ਤੇ ਅਮਰਜੀਤ। ਚਾਹ ਦਾ ਕੱਪ ਮੰਗਾਇਆ ਭਰਾ ਨੇ, ਪੰਜਾਬ ਵਾਲੇ ਪਹੁੰਚ ਗਏ, ਉਹਨਾਂ ਚਾਹ ਦਾ ਕੱਪ ਵੀ ਨਹੀਂ ਪੀਣ ਦਿੱਤਾ ਉਹਨੂੰ। ਉਵੇਂ ਜਿਵੇਂ ਗਏ, ਭਰਾ ਦਾ ਮੂੰਹ ਵੀ ਨਹੀਂ ਵੇਖਿਆ ਪਿੱਛੋਂ, ਭਰਾ ਹੀ ਨਹੀਂ ਵੇਖਿਆ। ਉਹ ਹੀ ਵੇਖ ਆਈਏ ਗੰਗਾ ਨਗਰ, ਜਿਹੜਾ ਵੇਖਿਆ ਸੁੱਕਿਆ ਨਹੀਂ ਵੇਖ। ਭਰਾ ਸਾਰਿਆਂ ਤੋਂ ਛੋਟਾ ਸੀ। ਮੈਨੂੰ ਧੀਆਂ ਪੁੱਤਾਂ ਵਾਂਗੂ ਸਿਆਉਂਦੇ। ਮੈਨੂੰ ਇਹ ਹੈ ਨਹੀਂ ਸੀ ਮੇਰਾ ਭਰਾ, ਮਾਇਆ ਸੀ ਸਭ ਮੇਰਾ ਧੀਆਂ ਪੁੱਤਾਂ। ਕਲਪਦਿਆਂ ਨੇ ਦਿਨ ਕੱਢ ਲਏ। ਇਹ ਆਹ ਕੁਛ ਹੈ। ਕੀ ਤੁਹਾਨੂੰ ਪਰਿਵਾਰਾਂ ਦੀ ਦਾਸਤਾਨ ਅਸੀਂ ਦੱਸੀਏ ਜਾਂ ਸੁਣਾਈਏ? ਪਰਿਵਾਰਾਂ ਦੇ ਜੀਆਂ ਦੇ ਮੁੱਖੋਂ ਬਹੁਤ ਔਖਾ ਹੁੰਦਾ, ਪਰ ਇੱਕ ਰੋਸ ਹੈ, ਬਸ ਸਾਨੂੰ ਵੀ ਰੋਸ ਹੈ ਆਪਣੇ ਚੈਨਲ ਵੱਲੋਂ ਵੀ। ਬੇਟੀ ਦੀ ਇੱਛਾ ਸੀ ਕਿ ਮੈਂ ਆਪਣੇ ਪਾਪਾ ਦੀ ਜਿਹੜੀ ਸਮਾਗਮ ਮਨਾਇਆ ਕਰੂੰਗੀ। ਪਰਿਵਾਰ ਨੇ ਬਰਸੀ ਮਨਾਈ ਵੀ ਕੁਛ ਸਾਲ। ਉਸ ਤੋਂ ਬਾਅਦ ਹੁਣ ਪਰਿਵਾਰ ਉਸੇ ਦਿਨ ਜਾਂਦਾ ਗੁਰਦੁਆਰਾ ਸਾਹਿਬ, ਕੜਾਹ ਪ੍ਰਸ਼ਾਦੀ ਦੇ ਕਰਵਾ ਦਿੰਦੇ ਨੇ, ਅਰਦਾਸ ਕਰਵਾ ਦਿੰਦੇ ਨੇ। ਇੱਥੋਂ ਤੱਕ ਹੀ ਗੱਲ ਰਹਿ ਗਈ। ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਸ਼ਹੀਦ ਪਰਿਵਾਰਾਂ ਦਾ ਨਾਂ ਵਰਤ ਕੇ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਜਾਂ ਹੋਰ ਜਿਹੜੇ ਪੰਥਕ ਨੁਮਾਇੰਦੇ ਅਖਵਾਉਣ ਵਾਲੇ ਲੋਕ ਜਾਂ ਹੋਰ ਰਸਾਲਾ ਸਾਡੇ ਰਿਆਉ ਵੀ ਰਸਾਲੇ ਆਉਂਦੇ ਹੁੰਦੇ ਦਲੇ ਪਾਣਿਆਂ ਦੇ ਘਰ ਸਾਲ ਪਿੱਛੇ। ਰਸਾਲਿਆਂ ਤੇ ਵੇਖੀਦਾ ਉਧਰ ਪਟਿਆਲੇ ਵੱਲ ਜਾਂ ਹੋਰ ਜਿਹੜੇ ਟਰਸਟ ਨੇ ਜਾਂ ਹੋਰ ਸਾਡੇ ਜਿਹੜੀਆਂ ਗੁਆਂਢੀਆਂ ਦੇ ਘਰੇ ਸੰਸਥਾਵਾਂ ਨੇ, ਮਤਲਬ ਕਿ ਇੰਨੇ ਉਹ ਲੋਕ ਗਰਕ ਗਏ ਕਿ ਨਾ ਯੋਧਿਆਂ ਦੇ, ਨਾ ਸੂਰਮਿਆਂ ਦੇ, ਨਾ ਸ਼ਹੀਦਾਂ ਦੇ ਉਹ ਦਿਨ ਵੀ ਨਾ ਮਨਾ ਸਕਣ। ਉਹ ਸੰਸਥਾਵਾਂ, ਪਰਿਵਾਰ ਦੀ ਆਪਣੀ ਇੱਕ ਹਾਲਤ ਹੈ। ਹਰ ਸ਼ਹੀਦ ਪਰਿਵਾਰ ਦੀ ਆਪਣੀ ਇੱਕ ਹਾਲਤ ਹੈ ਕਿ ਉਹ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨੇ, ਕਿ ਉਹਨਾਂ ਦਾ ਧਿਆਨ ਅੱਜ ਤੱਕ ਇਹਨਾਂ ਪਰਿਵਾਰਾਂ ਤੱਕ ਨਹੀਂ ਗਿਆ? ਬਿਲਕੁਲ ਨਹੀਂ ਗਿਆ। ਆਪਾਂ ਇਹ ਕਹਾਂਗੇ। ਅਸੀਂ ਆਪਣੇ ਤੌਰ 'ਤੇ ਵੀ
ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਨਾਮ ਤੇ ਜਿਹੜੀ ਕਮੇਟੀ ਬਣੀ ਹੈ ਹਵਾਰਾ ਕਮੇਟੀ, ਉਹਨਾਂ ਦੇ ਮੈਂਬਰਾਂ ਨੂੰ ਆਪਣੇ ਤੌਰ ਤੇ ਅਸੀਂ ਬੇਨਤੀ ਕਰਦੇ ਹਾਂ, ਪ੍ਰੋਫੈਸਰ ਬਲਜਿੰਦਰ ਸਿੰਘ ਹੋਰਾਂ ਨੂੰ ਤੇ ਬਾਪੂ ਗੁਰਚਰਨ ਸਿੰਘ ਹੋਰਾਂ ਨੂੰ, ਭਾਈ ਮਹਾਵੀਰ ਸਿੰਘ ਸੁਲਤਾਨਵਿੰਡ ਹੋਰਾਂ ਨੂੰ, ਕਿ ਸਾਰ ਲਓ ਇਹੋ ਜਿਹੇ ਪਰਿਵਾਰਾਂ ਦੀ। ਵੱਡੇ ਪੱਧਰ ਤੇ ਜਿਹੜਾ ਸ਼ਹੀਦੀ ਸਮਾਗਮ ਹੈ ਉਹ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦਾਨ ਸਿੰਘ ਵਾਲਾਂ ਦਾ ਮਨਾਓ ਤੁਸੀਂ, ਜਿੱਥੇ ਹੋਰ ਮਨਾਉਂਦੇ ਹੋ। ਇੱਧਰ ਵੱਲ ਵੀ ਝਾਤ ਮਾਰੋ, ਵੇਖੋ, ਮਿਲੋ ਇਸ ਪਰਿਵਾਰ ਨੂੰ। ਕੋਈ ਨਹੀਂ ਪਹੁੰਚਿਆ ਇਸ ਪਰਿਵਾਰ ਤੱਕ। ਆਪਣੇ ਵੱਲੋਂ ਅਸੀਂ ਬੇਨਤੀ ਕਰ ਰਹੇ ਹਾਂ ਤੁਹਾਨੂੰ, ਪ੍ਰੋਫੈਸਰ ਬਲਜਿੰਦਰ ਸਿੰਘ ਹੋਰਾਂ ਨੂੰ, ਬਾਪੂ ਗੁਰਚਰਨ ਸਿੰਘ ਹੋਰਾਂ ਨੂੰ, ਭਾਈ ਮਹਾਵੀਰ ਸਿੰਘ ਹੋਰਾਂ ਨੂੰ। ਆਹ ਦਸ਼ਾ ਹੈ ਸਾਡੀ ਕੌਮ ਦੀ, ਸਾਡੇ ਪੰਥ ਦੀ, ਸਾਡੇ ਉਹਨਾਂ ਯੋਧਿਆਂ ਦੀ, ਉਹਨਾਂ ਸ਼ਹੀਦ ਪਰਿਵਾਰਾਂ ਦੀ। ਕੋਈ ਨਹੀਂ ਸਾਰ ਲੈਂਦਾ, ਕੋਈ ਨਹੀਂ ਬੌੜਦਾ, ਕੋਈ ਨਹੀਂ ਪਹੁੰਚਦਾ। ਕੇਵਲ ਸਟੇਜਾਂ ਤੱਕ ਹੀ ਸੀਮਤ ਹੈ, ਜਾਂ ਅਸੀਂ ਬਸ ਕੁਛ ਅਹੁਦਿਆਂ ਤੱਕ, ਜਾਂ ਕੀ ਕਹੀਏ, ਕੁਝ ਲੋਕ ਸਾਡੇ ਵਿੱਚੋਂ ਹੀ ਸਰਕਾਰ ਦੇ ਪਿੱਠੂ ਬਣ ਗਏ, ਕੇਂਦਰ ਦੇ ਪਿੱਠੂ ਬਣ ਗਏ, ਵਿਕਾਊ ਹੋ ਗਏ, ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ। ਪਰ ਜਿਨ੍ਹਾਂ ਦੀਆਂ ਜ਼ਮੀਰਾਂ ਜ਼ਿੰਦਾ ਨੇ ਉਹ ਤੇ ਜ਼ਰੂਰ ਬੌੜਨ, ਉਹ ਤੇ ਜ਼ਰੂਰ ਆਉਣ ਇਹਨਾਂ ਪਰਿਵਾਰਾਂ ਦੇ ਕੋਲ, ਇਹਨਾਂ ਦੀ ਸਾਰ ਲੈਣ, ਇਹਨਾਂ ਨੂੰ ਹੌਸਲਾ ਹੀ ਦੇਣ। ਕੋਈ ਨਹੀਂ ਆਇਆ ਪਰਿਵਾਰਾਂ ਨੂੰ। ਇਹ ਦੁਖਾਂਤ ਹੈ ਇਹਨਾਂ ਸ਼ਹੀਦ ਪਰਿਵਾਰਾਂ ਦਾ। ਹਰ ਪਰਿਵਾਰ ਦੀ ਆਪਣੀ ਇੱਕ ਇਹ ਦਰਦ ਦੀ ਕਹਾਣੀ ਹੈ ਜੋ ਸਾਡੇ ਸਾਹਮਣੇ ਆਉਂਦੀ ਹੈ। ਉਸ ਵਕਤ ਜਿੱਥੇ ਪਰਿਵਾਰ ਦੇ ਆਪਣੇ ਇਮੋਸ਼ਨ ਹੁੰਦੇ ਨੇ, ਪਰਿਵਾਰ ਇਮੋਸ਼ਨਲ ਹੁੰਦਾ, ਉਹ ਬਲਬਲੇ ਸਾਥੋਂ ਵੀ ਨਹੀਂ ਰੋਕੇ ਜਾਂਦੇ। ਔਰ ਉਹ ਦੁੱਖ ਸਾਨੂੰ ਵੀ ਹੁੰਦਾ ਹੈ, ਜਿੰਨਾ ਪਰਿਵਾਰ ਨੂੰ ਦੁੱਖ ਹੈ ਉਸ ਤੋਂ ਸ਼ਾਇਦ ਵਧੇਰੇ ਸਾਨੂੰ ਗੁਰਬਾਣੀ ਅਖੰਡ ਬਾਣੀ ਚੈਨਲ ਨੂੰ ਵੀ ਉਹ ਦਰਦ ਹੁੰਦਾ ਹੈ, ਦੁੱਖ ਹੁੰਦਾ ਹੈ। ਸਾਡੇ ਚੈਨਲ ਦੇ ਜਿਹੜੇ ਹੈੱਡ ਨੇ ਪ੍ਰੀਤ ਸਿੰਘ ਸੈਣੀ, ਉਹ ਵੀ ਰੋਂਦੇ ਨੇ ਜਦੋਂ ਇਹ ਇੰਟਰਵਿਊ ਸੁਣਦੇ ਨੇ, ਵਹਿੰਦੇ ਨੇ ਹਾਲ ਸਾਡੇ ਕੌਮ ਦੇ ਉਹਨਾਂ ਜੁਝਾਰੂ ਸਿੰਘਾਂ ਦਾ, ਜਿਨ੍ਹਾਂ ਨੂੰ ਅਸੀਂ ਸ਼ਹੀਦ ਦਾ ਦਰਜਾ ਦਿੱਤਾ। ਸ਼ਹੀਦ ਕੌਮ ਦਾ ਸਰਮਾਇਆ, ਸ਼ਹੀਦ ਕੌਮ ਦੀ ਜ਼ਿੰਦ ਜਾਨ। ਅਤੇ ਕੇਵਲ ਇਹ ਤਕਰੀਰਾਂ ਤੱਕ ਹੀ ਸੀਮਤ ਰਹਿ ਗਈਆਂ ਬਾਤਾਂ। ਇਹਨੂੰ ਅਮਲੀ ਜਾਮਾ ਨਾ ਅਸੀਂ ਪਹਿਨਾ ਸਕੇ। ਔਰ ਇਹ ਵੱਡਾ ਇੱਕ ਦੁਖਾਂਤ ਹੈ ਇਸ ਵਕਤ ਪੰਥ ਦਾ। ਪੰਥ ਦੇ ਅੰਦਰ ਬੜੀ ਤਰਾਸਦੀ ਹੈ, ਇੰਝ ਕਹਿ ਲਵਾਂ ਮੈਂ। ਸੋ ਇਸ ਪਰਿਵਾਰ ਦੇ ਦੋਨੋਂ ਪੱਖ ਨੇ। ਇਤਿਹਾਸਕ ਪੱਖੋਂ ਦੇਖ ਲਈਏ ਤਾਂ ਪਰਿਵਾਰ ਹੈ ਭਾਈ ਦਾਨ ਸਿੰਘ ਜੀ ਦੀ ਪੀੜ੍ਹੀ ਦੇ ਵਿੱਚੋਂ ਹੈ। 8ਵੀਂ 9ਵੀਂ 10ਵੀਂ ਪੀੜ੍ਹੀ ਦੇ ਹੁਣ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ। ਕਦੇ ਹੀਆ ਹੀ ਨਹੀਂ ਕੀਤਾ। ਜਿਹੜੀ SGPC ਕਹਿੰਦੀ ਧਰਮ ਦੀ ਬੜੀ ਪੰਥ ਦੀ ਨੁਮਾਇੰਦਾ ਜਮਾਤ ਹੈ, ਕਦੇ ਉਹਦੇ ਪ੍ਰਧਾਨ ਜਾਂ ਬੀਬੀ ਜਿਹੜੀ ਜਗੀਰ ਕੌਰ ਹੈ ਹੁਣ ਇਸ ਵਕਤ ਮੌਜੂਦਾ ਪ੍ਰਧਾਨ, ਕਦੇ ਉਹਨੇ ਇੱਧਰ ਨੂੰ ਆਪਣਾ ਨਜ਼ਰ ਹੀ ਨਹੀਂ ਪਾਈ ਇਸ ਪਰਿਵਾਰ ਵੱਲ। ਇਤਿਹਾਸਕ ਪੱਖ ਵੀ ਹੈ ਇਸ ਪਰਿਵਾਰ ਦਾ ਬੀਬੀ ਜੀ, ਸ਼ਹਾਦਤ ਦਾ ਪੱਖ ਤਾਂ ਹੈ ਹੀ। ਤੁਸੀਂ ਅਗਰ ਸ਼ਹਾਦਤ ਵਾਲਾ ਪੱਖ ਲੈ ਕੇ ਨਹੀਂ ਇੱਧਰ ਆ ਸਕਦੇ, ਤੁਹਾਨੂੰ ਕਿਤੇ ਕੇਂਦਰ ਦਾ ਕੋਈ ਡਰ ਹੈ ਜਾਂ ਤੁਹਾਨੂੰ ਸਰਕਾਰ ਇਹਨਾਂ ਦਾ ਡਰ ਹੈ, ਤੁਹਾਡੀਆਂ ਪਾਰਟੀਆਂ ਦਾ, ਤਾਂ ਘੱਟੋ ਘੱਟ ਇਤਿਹਾਸਕ ਪੱਖ ਨੂੰ ਲੈ ਕੇ ਤਾਂ ਤੁਸੀਂ ਇਸ ਪਰਿਵਾਰ ਤੱਕ ਆਓ। ਹਾਰ ਲਓ ਇਹਨਾਂ ਪਰਿਵਾਰਾਂ ਦੀ, ਮਿਲੋ ਇਹਨਾਂ ਪਰਿਵਾਰਾਂ ਨੂੰ, ਦਰਸ਼ਨ ਕਰੋ ਇਹਨਾਂ ਪਰਿਵਾਰਾਂ ਦੇ। ਪਰ ਨਹੀਂ, ਤੁਸੀਂ ਸਭ ਲੋਕ ਆਪਣੇ ਫਰਜ਼ ਤੋਂ ਪਰੇ ਦੀ ਗੱਲ ਕਰਦੇ ਹੋ। ਇੰਝ ਕਹੀਏ, ਤੁਸੀਂ ਜਿਹੜਾ ਅਹੁਦਾ ਤੁਹਾਨੂੰ ਦਿੱਤਾ ਗਿਆ ਨਾ, ਤੁਸੀਂ ਉਸ ਅਹੁਦੇ ਦੀ ਵਰਤੋਂ ਨਹੀਂ, ਦੁਰਵਰਤੋਂ ਕਰ ਰਹੇ ਹੋ, ਕੁਤਾਹੀਆਂ ਕਰ ਰਹੇ ਹੋ। ਇਹੀ ਕਾਰਨ ਹੈ ਕਿ ਜਿਹੜੇ ਪੰਥ ਦਾ ਦਰਦ ਰੱਖਣ ਵਾਲੇ ਲੋਕ ਨੇ, ਸੰਗਤਾਂ ਨੇ, ਤੁਹਾਨੂੰ ਮੂੰਹ ਨਹੀਂ ਲਾਉਂਦੀਆਂ। ਆਹੀ ਕਾਰਨ ਹੈ। ਕਮੀਆਂ ਤੁਹਾਡੇ ਅੰਦਰ ਨੇ, ਕਮੀਆਂ ਸਾਡੇ ਅੰਦਰ ਨੇ। ਪਰ ਇਹਨਾਂ ਪਰਿਵਾਰਾਂ ਵਿੱਚ ਕੀ ਕਮੀ ਹੈ? ਸੋਚੋ, ਵਿਚਾਰੋ। ਭਾਈ ਦਾਨ ਸਿੰਘ ਜੀ ਦੀ 10ਵੀਂ ਪੀੜ੍ਹੀ ਦੇ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਬੜਾ ਫਖਰ ਮਹਿਸੂਸ ਹੋ ਰਿਹਾ ਸਾਨੂੰ ਵੀ ਉਸ ਪੀੜ੍ਹੀ ਦੇ, ਉਸ ਬੱਚੇ ਦੇ, ਉਸ ਭੁਜੰਗੀ ਦੇ ਦਰਸ਼ਨ ਕਰਕੇ। ਤੁਹਾਨੂੰ ਵੀ ਫਖਰ ਹੋਏਗਾ। ਆਓ ਚੱਲਦੇ ਹਾਂ। ਔਰ ਭਾਈ ਦਾਨ ਸਿੰਘ ਜੀ ਦੀ 10ਵੀਂ ਪੀੜ੍ਹੀ ਔਰ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਜੀ ਦੇ ਪੋਤਰੇ ਨੇ ਜਿਹੜੇ, ਆਓ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਉਂਦੇ ਹਾਂ। ਆਓ ਚੱਲੀਏ। ਭਾਈ ਦਾਨ ਸਿੰਘ ਜੀ ਦੀ 10ਵੀਂ ਪੀੜ੍ਹੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਸ ਭੁਜੰਗੀ ਦਾ ਨਾਮ ਕੀ ਰੱਖਿਆ ਹੈ? ਆਕਾਸ਼ਵੀਰ ਸਿੰਘ, ਸਰਦਾਰ ਆਕਾਸ਼ਵੀਰ ਸਿੰਘ। ਦੂਜੇ ਦਾ ਨਾਮ ਭਾਈ ਸ਼ਬਦਵੀਰ ਹੈ, ਦੂਸਰੇ ਦਾ ਨਾਮ ਹੈ ਗੁਰਸ਼ਬਦਵੀਰ। 10ਵੀਂ ਪੀੜ੍ਹੀ ਭਾਈ ਦਾਨ ਸਿੰਘ ਜੀ ਦੀ ਵੱਡੇ ਦਾ ਦਰਸ਼ਨ ਕਰ ਰਹੇ ਹੋ ਤੁਸੀਂ। ਕਿੰਨੇ ਚਿਰ ਦਾ ਹੈ ਹੁਣ ਇਹ ਭੁਜੰਗੀ? 12 ਦਿਨ ਦਾ। 12 ਦਿਨ ਦਾ ਇਹ ਭੁਜੰਗੀ ਹੈ।
ਸਰਦਾਰ ਆਕਾਸ਼ਵੀਰ ਸਿੰਘ ਦਾਨ ਸਿੰਘ ਵਾਲਾ, ਭਾਈ ਦਾਨ ਸਿੰਘ ਜੀ ਦੀ ਉਸ ਅੰਸ਼ ਵੰਸ਼ ਵਿੱਚੋਂ ਪੀੜ੍ਹੀ ਵਿੱਚੋਂ 10ਵੀਂ ਪੀੜ੍ਹੀ ਉਹਦੇ ਦਿਦਾਰੇ ਤੁਸੀਂ ਕਰ ਰਹੇ ਹੋ। ਮੈਂ ਬਿਲਕੁਲ ਚਾਹੂੰਗਾ ਕਿ ਤੁਹਾਨੂੰ ਕਲੋਜ਼ ਜਿਹੜੇ ਦਰਸ਼ਨ ਨੇ ਇਸ ਬੱਚੇ ਦੇ ਮੈਂ ਕਰਾਵਾਂ। ਭਾਈ ਦਾਨ ਸਿੰਘ ਜੀ ਦੀ ਜਿਹੜੀ 10ਵੀਂ ਪੀੜ੍ਹੀ ਹੈ, ਆ ਮਾਈਕ ਲਿਓ ਤੁਸੀਂ। ਭਾਈ ਦਾਨ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਨੰਨ ਸੇਵਕ ਸਿੱਖ ਹੋਏ ਨੇ ਔਰ ਉਹਨਾਂ ਦੀ 10ਵੀਂ ਪੀੜ੍ਹੀ ਸਰਦਾਰ ਆਕਾਸ਼ਵੀਰ ਸਿੰਘ ਜਿਹੜੇ 12 ਕੁ ਦਿਨਾਂ ਦੇ ਨੇ ਇਸ ਵਕਤ, ਔਰ ਉਹਨਾਂ ਦੇ ਦਾਦੀ ਜੀ ਲੈ ਕੇ ਬੈਠੇ ਨੇ ਗੋਦ ਦੇ ਵਿੱਚ, ਔਰ ਉਹਨਾਂ ਦੇ ਮਾਤਾ ਜੀ ਨੇ ਬੀਬੀ ਰਾਜਵੀਰ ਕੌਰ ਜੀ। ਕਿੰਨੇ ਦਿਨਾਂ ਦਾ ਆਕਾਸ਼ਵੀਰ ਸਿੰਘ ਹੈ ਇਸ ਵਕਤ? 12 ਦਿਨ ਦਾ। 12 ਦਿਨ ਦਾ। ਹਾਂਜੀ ਭਾਈ ਦਾਨ ਸਿੰਘ ਜੀ ਦੀ ਹੁਣ 10ਵੀਂ ਪੀੜ੍ਹੀ। ਹਾਂਜੀ ਹਾਂਜੀ। ਔਰ ਜਿਹੜਾ ਵੱਡਾ ਬੇਟਾ ਉਹ ਕਿੰਨੇ ਸਾਲ ਦਾ ਹੈ? ਉਹ 5 ਸਾਲ ਦਾ ਹੈ। ਉਹਦਾ ਕੀ ਨਾਮ ਹੈ? ਗੁਰਸ਼ਬਦਵੀਰ ਸਿੰਘ ਜੀ। ਗੁਰਸ਼ਬਦਵੀਰ ਸਿੰਘ। ਗੁਰਸ਼ਬਦਵੀਰ ਸਿੰਘ। ਹਾਂਜੀ। ਔਰ ਇਹ ਭਾਈ ਆਕਾਸ਼ਵੀਰ ਸਿੰਘ। ਵੇਖੋ ਕਿਸ ਪਰਿਵਾਰ ਦੇ ਵਿੱਚ ਆਕਾਸ਼ਵੀਰ ਸਿੰਘ ਦਾ ਜਨਮ ਹੋਇਆ, ਔਰ ਇਸ ਪਰਿਵਾਰ ਦੇ ਉੱਪਰ ਪੂਰੇ ਪੰਥ ਨੂੰ, ਪੂਰੀ ਸਿੱਖ ਕੌਮ ਨੂੰ ਮਾਣ ਹੈ। ਮਿਲੋ ਇਸ ਪਰਿਵਾਰ ਨੂੰ, ਆਓ ਇਸ ਪਰਿਵਾਰ ਦੇ ਕੋਲ, ਦਰਸ਼ਨ ਕਰੋ। ਭਾਈ ਦਾਨ ਸਿੰਘ ਜੀ ਦੀ ਜਿਹੜੀ 10ਵੀਂ ਪੀੜ੍ਹੀ ਹੈ, 9ਵੀਂ ਪੀੜ੍ਹੀ ਹੈ, ਉਹਦੇ ਦਰਸ਼ਨ ਕਰੋ। ਆਪ ਜ਼ਰੂਰ ਆਓ। ਅਸੀਂ ਤੁਹਾਨੂੰ ਹੱਥ ਜੋੜ ਕੇ ਦੇਸ਼ ਵਿਦੇਸ਼ ਦੀਆਂ तमाम ਸਿੱਖ ਸੰਗਤਾਂ ਨੂੰ, NRI ਵੀਰਾਂ ਨੂੰ ਕਹਿੰਦੇ ਆ, ਤੁਹਾਡਾ ਜਿਹੜਾ ਸੰਪਰਕ ਨੰਬਰ ਹੈ ਉਹ ਆਪ ਸੰਗਤਾਂ ਨੂੰ ਦੱਸੋ ਤਾਂ ਕਿ ਸੰਗਤ ਤੁਹਾਡੇ ਨਾਲ। 62838 62838 65130। ਦੁਬਾਰਾ ਫਿਰ ਦੱਸੋ। 62838 65130। ਇਹ ਨੰਬਰ ਹੈ ਭਾਈ ਦਾਨ ਸਿੰਘ ਜੀ ਦੀ ਇਸ ਅੰਸ਼ ਵੰਸ਼ ਦਾ ਔਰ 10ਵੀਂ ਪੀੜ੍ਹੀ ਦਾ, ਔਰ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ ਦਾਨ ਸਿੰਘ ਵਾਲਾ, ਉਹਨਾਂ ਦੇ ਪਰਿਵਾਰ ਦਾ ਇਹ ਨੰਬਰ ਹੈ। ਇਸ ਪਰਿਵਾਰ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਰਾਬਤਾ ਕਾਇਮ ਕਰਨਾ ਹੈ, ਕਿਸੇ ਪ੍ਰਕਾਰ ਦੀ ਕੋਈ ਵਿਚਾਰ ਕਰਨੀ ਹੈ ਪਰਿਵਾਰ ਦੇ ਨਾਲ, ਕੁਝ ਪਰਿਵਾਰ ਤੋਂ ਜਾਣਨਾ ਹੈ, ਕੋਈ ਹੋਰ ਆਪਣੇ ਤੌਰ ਤੇ ਕੋਈ ਵੀ ਜੋ ਤੁਸੀਂ ਚਾਹੋ, ਤਨੋ ਮਨੋ ਤਨੋ ਜੋ ਵੀ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ, ਪਰਿਵਾਰ ਦੀ ਕੋਈ ਇੱਛਾ ਨਹੀਂ, ਬੜੀ ਚੜ੍ਹਦੀ ਕਲਾ ਹੈ, ਸਾਹਿਬ ਦੀ ਕਿਰਪਾ ਹੈ। ਸੋ ਤੁਹਾਨੂੰ ਇਸ ਪਰਿਵਾਰ ਦਾ ਜਿਹੜਾ ਉਹ ਪੁਰਾਣਾ ਘਰ ਹੈ ਉਹਦੀ ਕੁਝ ਨਿਸ਼ਾਨੀ ਬਾਕੀ ਹੈ, ਅਸੀਂ ਉਹ ਵੀ ਕੈਮਰੇ ਦੀ ਅੱਖ ਰਾਹੀਂ ਦਿਖਾ ਰਹੇ ਹਾਂ। ਅਤੇ ਜੋ ਨਵਾਂ ਘਰ ਪਰਿਵਾਰ ਨੇ ਨਵੀਂ ਜਿਹੜੀ ਕੋਠੀ ਪਾਈ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ, ਉਹਦੇ ਵੀ ਤੁਹਾਨੂੰ ਜ਼ਰੂਰ ਹੁਣ ਅਸੀਂ ਦਰਸ਼ਨ ਕਰਾਉਂਦੇ ਹਾਂ। ਸੋ ਮਿਲਿਆ ਕਰੋ, ਆਇਆ ਕਰੋ ਇਹੋ ਜਿਹੇ ਪਰਿਵਾਰਾਂ ਦੇ ਕੋਲ। ਐਸਾ ਜਿਹੜਾ ਇਤਿਹਾਸਕ ਪੱਖ ਵੀ ਹੈ, ਸ਼ਹਾਦਤ ਦਾ ਪੱਖ ਵੀ ਹੈ, ਜਿਸ ਪਰਿਵਾਰ ਦਾ ਔਰ ਇਹ ਮਹਾਨ ਪਰਿਵਾਰ ਹੈ, ਇੰਜ ਕਹਿ ਲਈਏ ਆਪਾਂ। ਬੜੀ ਇੱਕ ਫਖਰ ਵੀ ਹੋਇਆ ਸਾਨੂੰ ਗੁਰਬਾਣੀ ਅਖੰਡ ਬਾਣੀ ਚੈਨਲ ਨੂੰ, ਇੱਕ ਮਾਣ ਮਹਿਸੂਸ ਹੋਇਆ, ਇੱਕ ਖੁਸ਼ੀ ਵੀ ਹੋਈ ਕਿ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਨੰਨ ਸੇਵਕ ਸਿੱਖ ਬਰਾੜਾਂ ਦੇ ਸਰਦਾਰ ਭਾਈ ਸਾਹਿਬ ਭਾਈ ਦਾਨ ਸਿੰਘ ਜੀ ਦੀ ਇਸ ਪੀੜ੍ਹੀ ਦੇ 10ਵੀਂ ਪੀੜ੍ਹੀ ਦੇ 9ਵੀਂ ਪੀੜ੍ਹੀ ਦੇ ਅਸੀਂ ਦਰਸ਼ਨ ਕੀਤੇ ਨੇ, 8ਵੀਂ 9ਵੀਂ 10ਵੀਂ ਪੀੜ੍ਹੀ। ਸੋ ਇੱਕ ਸਾਨੂੰ ਮਾਣ ਹੈ, ਚੈਨਲ ਨੂੰ ਮਾਣ ਹੈ ਕਿ ਅਸੀਂ ਚੈਨਲ ਦੇ ਰਾਹੀਂ ਸ਼ਾਇਦ ਪਹਿਲੀ ਦਫਾ ਦੇਸ਼ ਵਿਦੇਸ਼ ਦੀਆਂ तमाम ਸਿੱਖ ਸੰਗਤਾਂ ਤੱਕ ਇਸ ਪਰਿਵਾਰ ਦੇ ਦਰਸ਼ਨ ਕਰਵਾਏ ਨੇ। ਔਰ ਦੂਸਰਾ ਮਾਣ ਹੈ ਕਿ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਖਾੜਕੂ ਜੁਝਾਰੂ ਸਿੰਘ ਹੋਏ ਨੇ ਸ਼ਹੀਦ ਭਾਈ ਮਲਕੀਤ ਸਿੰਘ ਬੱਬਰ, ਉਸ ਪਰਿਵਾਰ ਕੋਲ ਅਸੀਂ ਬੈਠੇ ਹਾਂ। ਸੋ ਬਹੁਤ ਬਹੁਤ ਧੰਨਵਾਦ ਆਪ ਸਾਰੇ ਪਰਿਵਾਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।